ਆਪ ਸਭ ਦਾ ਸਵਾਗਤ ਹੈ YouTube ਚੈਨਲ ਸਬਜੈਕਟ ਮਾਸਟਰਸ ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫੀਸਰ CDPO ਦੀਆਂ ਜਿਹੜੀਆਂ ਵੈਕੈਂਸੀਜ਼ ਆਊਟ ਹੋਈਆਂ ਨੇ, ਜਿਹੜਾ ਉਹਦਾ ਆਪਾਂ ਨੇ ਪਾਰਟ A ਸਟਾਰਟ ਕੀਤਾ ਹੋਇਆ ਹੈ। ਆਲਰੇਡੀ ਜਿਹੜੀਆਂ 2 ਯੂਨਿਟ ਆਪਾਂ ਪਹਿਲਾਂ ਵਾਲੀ ਵੀਡੀਓਜ਼ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਤੇ ਤੁਹਾਨੂੰ ਪਲੇਲਿਸਟ ਵੀ ਮਿਲ ਜੂਗੀ ਸਾਰੀਆਂ ਵੀਡੀਓਜ਼ ਦੀ। ठीक है, प्लेलिस्ट बनाती है ਉਹਦੀ, ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ। ਆਈ ਥਿੰਕ ਹੁਣ ਤੱਕ 25-26 ਜਿਹੜੀਆਂ ਵੀਡੀਓ ਆਪਾਂ ਅਪਲੋਡ ਕੀਤੀਆਂ ਨੇ, ਜਿਹਦੇ ਵਿੱਚ ਯੂਨਿਟ 1 ਤੇ ਯੂਨਿਟ 2 ਨੂੰ ਕਵਰ ਕੀਤਾ ਹੋਇਆ ਹੈ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਟਾਰਟ ਕਰਾਂਗੇ ਜੀ ਆਪਣੀ ਯੂਨਿਟ ਜਿਹੜੀ 4th ਹੈ, ਪੋਲਿਸੀਜ਼ ਐਂਡ ਪ੍ਰੋਗਰਾਮਸ ਆਫ ਵੂਮਨ ਐਂਡ ਚਿਲਡਰਨ। ਵੈਰੀ ਇੰਪੋਰਟੈਂਟ ਯੂਨਿਟ ਹੈ। ਕੋਈ ਵੀ ਟੌਪਿਕ ਇਹਦਾ ਐਵੇਂ ਦਾ ਨਹੀਂ ਹੈਗਾ ਕਿ ਜਿਹੜਾ ਆਪਾਂ ਮਿਸ ਕਰਦੀ ਹੈ। ਠੀਕ ਹੈ, ਮਤਲਬ ਕੱਲੀ ਚੀਜ਼ ਇਹਦੇ 'ਚ ਤੁਹਾਨੂੰ ਪੜ੍ਹਾਈ ਜਾਊਗੀ, ਕਿਉਂਕਿ ਇਹਦੇ ਵਿੱਚੋਂ ਜਿਹੜੇ ਬਹੁਤ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਪੇਪਰ 'ਚ ਤੁਹਾਨੂੰ ਦੇਖਣ ਨੂੰ ਮਿਲਣਗੇ, ਮਤਲਬ ਡਾਇਰੈਕਟ ਕੁਐਸਚਨ ਦੇਖਣ ਨੂੰ ਮਿਲਣਗੇ ਜਿਸ ਤਰ੍ਹਾਂ ਦਾ ਆਪਾਂ ਡਿਸਕਸ ਕਰਾਂਗੇ। ਠੀਕ ਹੈ ਜੀ, ਤੇ ਪੂਰੀ ਡਿਟੇਲ ਦੇ ਵਿੱਚ ਆਪਾਂ ਜਿਹੜੀ ਇਹ ਯੂਨਿਟ 4th ਹੈ ਜਿਹੜੀ ਕਵਰ ਕਰਨੀ ਹੈ। ਯੂਨਿਟ 3rd ਵੀ ਬਹੁਤ ਇੰਪੋਰਟੈਂਟ ਹੈ, ਬਟ ਯੂਨਿਟ 2 ਕਰ ਲਈਆਂ ਤੇ ਚੌਥੀ ਤੇ ਪੰਜਵੀਂ ਜਦੋਂ ਆਪਣੀ ਕਵਰ ਹੋਊਗੀ, ਕੰਪਲੀਟ ਹੋ ਗਈ ਨਾ, ਉਸ ਤੋਂ ਬਾਅਦ ਹੀ ਆਪਾਂ ਜਿਹੜੀ ਯੂਨਿਟ 3rd ਸਟਾਰਟ ਕਰਾਂਗੇ, ਕਿਉਂਕਿ ਉਹਦੇ 'ਚ ਥੋੜ੍ਹਾ ਥਿਊਰੀ ਪੋਰਸ਼ਨ ਹੈ। ਇਹਦੇ ਵਿੱਚ ਥਿਊਰੀ ਦੇ ਨਾਲ ਮੀਨਸ ਕੁਛ ਕੁ ਟਰਮਸ ਪੁਆਇੰਟਸ ਐਵੇਂ ਦੇ ਨੇ ਜਿਹੜੇ ਤੁਹਾਨੂੰ ਨੋਟਬੁੱਕ 'ਤੇ ਨੋਟ ਵੀ ਕਰਨੇ ਪੈਣਗੇ, ਅਤੇ ਜਦੋਂ ਤੱਕ ਤੁਹਾਡਾ ਪੇਪਰ ਨਹੀਂ ਹੁੰਦਾ ਤੁਹਾਨੂੰ ਵਾਰੀ ਰਿਵਾਈਜ਼ ਵੀ ਕਰਨੇ ਪੈਣਗੇ, ਤਾਂ ਹੀ ਪੇਪਰ ਤੱਕ ਤੁਹਾਡੇ ਜਿਹੜੇ ਉਹ ਪੁਆਇੰਟ ਨੇ ਮੀਨਸ ਤੁਹਾਡੇ ਦਿਮਾਗ 'ਚ ਬੈਠ ਜਾਣਗੇ, ਮਤਲਬ ਸਕਿਪ ਨਹੀਂ ਹੋਣਗੇ ਤੁਹਾਡੇ ਮਾਈਂਡ 'ਚੋਂ। ਠੀਕ ਹੈ, ਇਸ ਲਈ ਪਹਿਲਾਂ ਹੀ ਯੂਨਿਟ ਸਟਾਰਟ ਕੀਤੀ ਹੈ। ਅਤੇ ਯੂਨਿਟ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ ਵੀ ਜਿਹੜਾ ਵੀ ਇਹਦੇ 'ਚ ਆਪਾਂ ਟੌਪਿਕ ਹੋਣਾ ਤੁਹਾਨੂੰ ਮੈਂ ਕਰਵਾਊਂਗੀ, ਹੈ ਨਾ। ਆਪਣਾ ਚਾਹੇ ਵੀਡੀਓ ਨੂੰ ਰੋਕ ਕੇ ਆਪਣਾ ਨੋਟ ਕਰਿਓ ਐਜ਼ ਇਟ ਇਜ਼, ਜਿਵੇਂ ਮੈਂ ਕਰਵਾਊਂਗੀ। ਠੀਕ ਹੈ, ਜਾਂ ਫਿਰ ਉਹ ਤੋਂ ਬਿਨਾਂ ਜਿਹੜਾ ਕੁਛ ਮੈਂ ਬੋਲ ਕੇ ਦੱਸੂੰ ਆਪਣੀ ਵਰਡਿੰਗ 'ਚ ਤੁਸੀਂ ਪੰਜਾਬੀ 'ਚ ਵੀ ਲਿਖ ਸਕਦੇ ਹੋ। ਠੀਕ ਹੈ, ਕਿਉਂਕਿ ਇਹਦੇ ਵਿੱਚ ਆਪਾਂ ਜਿਵੇਂ ਹੁਣ ਫਸਟ ਟੌਪਿਕ ਹੈ ਪੋਲਿਸੀਜ਼ ਐਂਡ ਪ੍ਰੋਗਰਾਮਸ ਆਫ ਵੂਮੈਨ ਐਂਡ ਚਿਲਡਰਨ ਦੇ ਵਿੱਚ ਕੌਨਸਟੀਟਿਊਸ਼ਨਲ ਪ੍ਰੋਵੀਜ਼ਨਸ ਫਾਰ ਵੂਮੈਨ ਐਂਡ ਚਿਲਡਰਨ, ਜਿਹੜਾ ਇਹ ਵਾਲਾ ਟੌਪਿਕ ਆਪਾਂ ਅੱਜ ਸਟਾਰਟ ਕੀਤਾ ਹੈ ਨਾ। ਅਤੇ ਇਹਦੇ ਵਿੱਚ ਜਿਵੇਂ ਆਰਟੀਕਲਸ ਹੋਣਗੇ ਕਿ ਕਿਹੜੇ ਆਰਟੀਕਲਸ ਨੇ ਜਿਹੜੇ ਆਪਾਂ ਕਹਿੰਦੇ ਹਾਂ ਵੀ ਮਤਲਬ ਕੌਨਸਟੀਟਿਊਸ਼ਨਲ ਪ੍ਰੋਵੀਜ਼ਨਸ ਨੇ ਵੂਮੈਨਸ ਦੇ ਲਈ, ਚਿਲਡਰਨ ਦੇ ਲਈ, ਤਾਂ ਉਹ ਆਰਟੀਕਲ ਤੁਹਾਨੂੰ ਲਰਨ ਕਰਨੇ ਪੈਣਗੇ ਵੀ ਕਿਹੜੇ ਆਰਟੀਕਲ 'ਚ ਕੀ ਹੈ, ਕਿਹੜੇ ਆਰਟੀਕਲ 'ਚ ਕੀ ਹੈ। ਇਹ ਨਹੀਂ ਹੈਗਾ ਕਿ ਅੱਜ ਮੈਂ ਵੀਡੀਓ ਅਪਲੋਡ ਕਰਤੀ ਤੁਸੀਂ ਅੱਜ ਨੋਟ ਕਰ ਲਈ, ਮੁੜ ਕੇ ਪਿਛਲੇ ਪੇਜ ਚੈੱਕ ਨਹੀਂ ਕਰਨੇ। ਨਵਾਂ ਜਿਹੜਾ ਅਸੀਂ ਕਰਾ ਰਹੇ ਹਾਂ ਤੁਸੀਂ ਉਹੀ ਯਾਦ ਰੱਖ ਰਹੇ ਹੋ। ਜਿਹੜਾ ਕੁਝ ਪਿੱਛੇ ਕਰਵਾਇਆ ਹੁਣ ਤੱਕ, ਜਿੰਨਾ ਥਿਊਰੀ ਦਾ ਪੋਰਸ਼ਨ ਕਰਵਾਇਆ, ਉਹ ਚਾਹੇ ਤੁਸੀਂ ਆਪਣਾ ਪੇਪਰ ਦੀ ਜਦੋਂ ਤੁਹਾਡਾ ਪਤਾ ਚੱਲ ਗਿਆ ਵੀ ਇੰਨੀ ਡੇਟ ਨੂੰ ਪੇਪਰ ਆਪਦਾ, ਤੁਸੀਂ ਉਦੋਂ ਰਿਵਾਈਜ਼ ਕਰ ਲਿਓ। ਬਟ ਜਿਹੜੀ ਯੂਨਿਟ 4th ਹੈ ਉਹ ਤੁਸੀਂ ਡੇਲੀ ਵਾਂਗ ਮਤਲਬ ਇੱਕ ਵਾਰੀ ਜ਼ਰੂਰ ਨਿਗਾਹ ਮਾਰਨੀ ਹੈ। ਠੀਕ ਹੈ, ਇਹਦੇ 'ਤੇ ਚਲੋ ਜੀ ਸਟਾਰਟ ਕਰਦੇ ਹਾਂ। ਇੱਥੇ ਤੁਸੀਂ ਸਿਲੇਬਸ ਚੈੱਕ ਕਰ ਸਕਦੇ ਹੋ। ਠੀਕ ਹੈ, ਕੌਨਸਟੀਟਿਊਸ਼ਨਲ ਪ੍ਰੋਵੀਜ਼ਨਸ ਫਾਰ ਵੂਮੈਨ ਐਂਡ ਚਿਲਡਰਨ ਫਸਟ ਟੌਪਿਕ ਜਿਹੜਾ ਅੱਜ ਸਟਾਰਟ ਕਰਨ ਲੱਗੇ ਹਾਂ। ਉਸ ਤੋਂ ਬਾਅਦ ਨੈਸ਼ਨਲ ਪੋਲਿਸੀਜ਼ ਨੇ ਚਿਲਡਰਨ ਦੇ ਰਿਲੇਟਡ, ਨਿਊਟ੍ਰੀਸ਼ਨ ਦੇ ਰਿਲੇਟਡ, ਇੰਪਾਵਰਮੈਂਟ ਆਫ ਵੂਮੈਨ ਦੇ ਰਿਲੇਟਡ। ਉਹ ਤੋਂ ਬਿਨਾਂ ਸੈਂਟਰ ਗੌਰਮੈਂਟ ਦੀਆਂ ਜਿਹੜੀਆਂ ਸਕੀਮਸ ਨੇ ਉਹ ਵੀ ਇੱਥੇ ਲਿਖੀਆਂ ਹੋਈਆਂ ਨੇ। ਦੇਖੋ ਤੁਸੀਂ ਸੋਚਦੇ ਹੋਵੋਗੇ ਵੀ ਜਿਵੇਂ ਪੇਪਰ ਇਹ CDPO ਲਈ ਹੈ ਨਾ, ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫਿਸਰ ਲਈ ਹੈ, ਤਾਂ ਵੀ ਜਿਹੜੀਆਂ ਇਹ ਸਕੀਮਸ ਨੇ, ਇਹ ਪ੍ਰੋਗਰਾਮਸ ਨੇ, ਵੀ ਕੀ ਮੋਟਿਵ ਹੈ ਇਹਨਾਂ ਦਾ ਇੱਥੇ, ਹੈ ਨਾ, ਉਹ ਕਰਨ ਦਾ। ਕਿਉਂਕਿ ਜਿਹੜਾ ਇਹ ਮਤਲਬ ਕਿ ਤੁਹਾਡੀ CDPO ਦੀ ਜਿਹੜੀ ਵੈਕੈਂਸੀ ਹੈ, ਜਿਵੇਂ ਆਂਗਣਵਾੜੀ ਸੈਂਟਰ ਹੈ, ਸੁਪਰਵਾਈਜ਼ਰ, ਆਂਗਣਵਾੜੀ ਵਰਕਰ ਹੈ, ਇਹਨਾਂ ਸਾਰਿਆਂ ਨੇ ਕਿਹਦੇ ਨਾਲ ਡੀਲ ਕਰਨਾ ਹੁੰਦਾ ਹੈ? ਵੂਮੈਨ ਨਾਲ। ਠੀਕ ਹੈ, ਲੈਕਟੇਟਿੰਗ ਮਦਰਸ ਨਾਲ, ਪ੍ਰੈਗਨੈਂਟ ਵੂਮੈਨਸ ਨਾਲ। ਉਹ ਤੋਂ ਬਿਨਾਂ ਮਤਲਬ ਕਿ ਚਿਲਡਰਨ, ਬੱਚਿਆਂ ਨਾਲ, ਨਵੇਂ ਜੰਮੇ ਬੱਚਿਆਂ ਨਾਲ, ਇਮੂਨਾਈਜੇਸ਼ਨ ਦੇ ਰਿਲੇਟਡ ਸਾਰੀ ਉਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ। ਉਸੇ ਤਰ੍ਹਾਂ ਵੂਮੈਨ ਨਾਲ ਜਦੋਂ ਉਹ ਮਤਲਬ ਕਿ ਉਹਨਾਂ ਦਾ ਜਿਹੜਾ ਕਨੈਕਸ਼ਨ ਹੈਗਾ, ਤਾਂ ਜਿਹੜੀਆਂ ਸਕੀਮਸ ਨੇ, ਜਿਹੜੇ ਪ੍ਰੋਗਰਾਮਸ ਨੇ ਜਿਨ੍ਹਾਂ ਦਾ ਵੂਮੈਨ ਨੂੰ ਬੈਨੀਫਿਟ ਹੋ ਸਕਦਾ, ਜਾਂ ਫਿਰ ਕਈ ਐਵੇਂ ਦੀਆਂ ਵੂਮੈਨਸ ਹੁੰਦੀਆਂ ਨੇ ਜਿਹੜੀਆਂ ਇੰਨੀ ਐਜੂਕੇਟਡ ਨਹੀਂ ਹੁੰਦੀਆਂ, ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਵੀ ਸਾਡੇ ਲਈ ਇਹ ਅਧਿਕਾਰ ਬਣਿਆ, ਇਹ ਸੰਵਿਧਾਨ ਸਾਡੇ ਲਈ ਬਣਿਆ ਹੈ ਕਿ ਅਸੀਂ ਆਪਣੇ ਹੱਕ ਲਈ ਲੜ ਸਕਦੇ ਹਾਂ, ਹੈ ਨਾ। ਤਾਂ ਜਿਹੜੇ ਇਹ ਆਂਗਣਵਾੜੀ ਸੈਂਟਰ ਹੈ ਜਾਂ ਇਹ CDPO ਜਿਹੜੇ ਪ੍ਰੋਗਰਾਮ ਦੇ ਅੰਡਰ ਸਾਰਾ ਕੁਛ ਹੀ ਆਉਂਦਾ, ਜਿਹੜੀ ਸਕੀਮਸ ਦੇ ਅੰਡਰ ਹੀ ਆਉਂਦਾ। ਠੀਕ ਹੈ, ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਕੀਮ, ICDS ਸਕੀਮ ਦੇ ਅੰਡਰ ਜਿਹੜਾ ਸਾਰਾ ਕੁਛ ਆਉਂਦਾ, ਤਾਂ ਉਹਨਾਂ ਦਾ ਮੇਨ ਮੋਟਿਵ ਕੀ ਹੈ ਕਿ ਵੂਮੈਨ ਨੂੰ ਸਟਰੋਂਗ ਕਰਨਾ ਹੈ।
ठीक है, ताकि वो अपना स्टेटस पहचान सकन। ठीक है जी, चलो स्टार्ट करते हैं। कॉन्स्टिट्यूशनल प्रोविजन फॉर वुमेन एंड चिल्ड्रन। अकॉर्डिंग टू इंडिया कॉन्स्टिट्यूशन, वुमेन आर लीगल सिटीजन्स ऑफ अवर कंट्री and have equal rights comparing to men. Various aspects related with women can be identified in India. Women are responsible for rearing children, yet they are malnourished and in poor health. Most Indian women are uneducated, although the country's constitution says women have equal status to men. ਇਹ ਕਹਿੰਦੇ ਵੀ ਦੇਖੋ, ਜਿਵੇਂ ਹੁਣ ਆਪਾਂ ਗੱਲ ਕਰਦੇ ਵੀ ਕੌਨਸਟੀਟਿਊਟ ਆਪਣਾ ਹੈ ਨਾ, ਜਿਵੇਂ ਸੰਵਿਧਾਨ ਹੈ ਆਪਣਾ, ਤਾਂ ਆਪਾਂ ਨਾ ਜਿਹੜਾ ਆਪਣਾ ਸੰਵਿਧਾਨ ਹੈ ਉਹਦੇ ਮਤਲਬ ਕਿ ਕੁਝ ਪ੍ਰੋਵੀਜ਼ਨਸ ਨੇ ਔਰਤਾਂ ਨੂੰ ਲੈ ਕੇ। ਠੀਕ ਹੈ, ਇਕੁਐਲਿਟੀ। ਠੀਕ ਹੈ, ਜਿਵੇਂ ਹੁਣ ਇਹਦੇ 'ਚ ਆਪਾਂ ਨੇ ਪੜ੍ਹਿਆ ਵੀ ਜੇ ਆਪਾਂ ਗੱਲ ਕਰੀਏ ਵੀ ਸਾਡੇ ਸੰਵਿਧਾਨ ਦੇ ਵਿੱਚ ਵੂਮੈਨਸ ਵੀ ਲੀਗਲ ਸਿਟੀਜ਼ਨਸ ਮੰਨੀਆਂ ਜਾਂਦੀਆਂ ਨੇ ਆਪਣੀ ਕੰਟਰੀ ਦੀਆਂ। ਇਹ ਨਹੀਂ ਹੈਗਾ ਵੀ ਜਿਹੜੇ ਕੋਈ ਵੀ ਰਾਈਟਸ ਨੇ ਉਹ ਸਿਰਫ ਮੈਨ ਲਈ ਨੇ। ਕੌਨਸਟੀਟਿਊਸ਼ਨ ਦੇ ਅਕੋਰਡਿੰਗ ਵੀ ਇਕੁਅਲ ਰਾਈਟਸ ਨੇ ਵੂਮੈਨ ਨੂੰ ਜਿੰਨੇ ਮੈਨ ਨੂੰ ਨੇ। ਔਰਤਾਂ ਨੂੰ ਵੀ ਜਿਹੜੇ ਓਨੇ ਹੀ ਅਧਿਕਾਰ ਹੈ ਕਿ ਜਿੰਨੇ ਆਦਮੀਆਂ ਨੂੰ ਹੈ, ਮੈਨ ਨੂੰ ਹੈ। ਕਲੀਅਰ ਹੈ ਜੀ। ਉਹ ਤੋਂ ਬਾਅਦ ਕਹਿੰਦੇ ਜਿਹੜੀਆਂ ਮਤਲਬ ਕਿ ਵੇਰੀਅਸ ਅਸਪੈਕਟਸ ਨੇ ਰਿਲੇਟਡ ਜਿਹੜੇ ਵੂਮੈਨ ਦੇ, ਠੀਕ ਹੈ, ਕੈਨ ਬੀ ਆਈਡੈਂਟੀਫਾਈਡ ਇਨ ਇੰਡੀਆ। ਹੁਣ ਅਸੀਂ ਮੰਨਦੇ ਹਾਂ ਵੀ ਜਿਹੜੇ ਵੂਮੈਨ ਆਰ ਰਿਸਪੋਂਸੀਬਲ ਫਾਰ ਰੀਅਰਿੰਗ ਚਿਲਡਰਨ, ਫਿਰ ਵੀ ਕਹਿੰਦੀ ਉਹ ਕੁਪੋਸ਼ਿਤ ਮਤਲਬ ਕੁਪੋਸ਼ਣ ਦਾ ਜਿਹੜਾ ਸ਼ਿਕਾਰ ਹੋ ਜਾਂਦੀਆਂ ਨੇ ਅਤੇ ਮਾੜੀ ਸਿਹਤ ਵਿੱਚ ਹਨ। ਠੀਕ ਹੈ, ਉਹਨਾਂ ਨੂੰ ਮਤਲਬ ਕਿ ਕਈ ਤਾਂ ਐਵੇਂ ਦੀਆਂ ਔਰਤਾਂ ਵੀ ਨੇ ਜਿਹੜੀਆਂ ਅਨਐਜੂਕੇਟਡ ਨੇ। ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਅਨਐਜੂਕੇਟਡ ਹੈ, ਉਹਨਾਂ ਨੂੰ ਆਪਣੇ ਰਾਈਟਸ ਬਾਰੇ ਪਤਾ ਹੀ ਨਹੀਂ ਹੈ। ਠੀਕ ਹੈ, ਤਾਂ ਜਿਹੜਾ ਕੌਨਸਟੀਟਿਊਸ਼ਨਲ ਹੈ ਅਤੇ ਜਿਹੜੇ ਲੀਗਲ ਪ੍ਰੋਵੀਜ਼ਨਸ ਨੇ ਵੂਮੈਨ ਲਈ ਜਿਹੜੇ ਇੰਡੀਆ ਦੇ ਵਿੱਚ, ਠੀਕ ਹੈ, ਤਾਂ ਉਹਦੇ ਰਾਹੀਂ ਜਿਹੜਾ ਉਹਨਾਂ ਨੂੰ ਦੱਸਿਆ ਜਾਂਦਾ ਵੀ ਕੀ ਤੁਹਾਡੇ ਮਤਲਬ ਕਹਿੰਦੇ ਅਨਐਜੂਕੇਟਡ ਹੋਣ ਕਰਕੇ ਉਹਨਾਂ ਨੂੰ ਆਪਣੇ ਰਾਈਟਸ ਬਾਰੇ ਵੀ ਪਤਾ ਨਹੀਂ। ਤਾਂ ਇਹ ਸਾਰੇ ਜਿਹੜੇ ਵੂਮੈਨਸ ਲਈ ਬਣਾਏ ਨੇ ਤਾਂ ਜੋ ਉਹਨਾਂ ਨੂੰ ਜਿਹੜੇ ਮੈਨ ਦੇ ਬਰਾਬਰ ਦਾ ਜਿਹੜਾ ਅਧਿਕਾਰ ਮਿਲ ਸਕੇ। ਠੀਕ ਹੈ, ਮੈਨ ਦੇ ਬਰਾਬਰ ਦਾ ਜਿਹੜਾ ਸੁਸਾਇਟੀ ਦੇ ਵਿੱਚ ਉਹਨਾਂ ਨੂੰ ਦਰਜਾ ਮਿਲ ਸਕੇ। ਕਲੀਅਰ ਹੈ। ਹੁਣ ਤਾਂ ਦੇਖੋ ਜੇ ਆਪਾਂ ਦੇਖਦੇ ਹਾਂ ਵੀ ਕਾਫੀ ਹੱਦ ਤੱਕ ਪਹਿਲਾਂ ਨਾਲੋਂ ਆਪਾਂ ਨੂੰ ਫਰਕ ਦੇਖਣ ਨੂੰ ਮਿਲਦਾ ਹੈ, ਪਰ ਜਿਵੇਂ ਪੁਰਾਣੇ ਟਾਈਮ 'ਚ ਤਾਂ ਇਸ ਤੋਂ ਵੀ ਜ਼ਿਆਦਾ ਬੁਰਾ ਹਾਲ ਸੀ, ਹੈ ਨਾ। ਤਾਂ ਉਹਦੇ ਅਕੋਰਡਿੰਗ ਜਿਹੜੇ ਰਾਈਟਸ ਬਣਾਏ ਨੇ। ਬਾਕੀ ਟਾਈਮ ਟੂ ਟਾਈਮ ਇਹਨਾਂ 'ਚ ਅਮੈਂਡਮੈਂਟ ਹੁੰਦੀਆਂ ਰਹਿੰਦੀਆਂ ਨੇ, ਸੋਧ ਹੁੰਦੀਆਂ ਰਹਿੰਦੀਆਂ ਨੇ। ਜਦੋਂ ਲੱਗਦਾ ਵੀ ਇਹ ਆਰਟੀਕਲ 'ਚ ਕੋਈ ਸੋਧ ਕਰਨ ਦੀ ਜ਼ਰੂਰਤ ਹੈ, ਕੋਈ ਪਿਛਲੀ ਚੀਜ਼ ਨੂੰ ਕੱਟ ਕੇ ਨਵੀਂ ਚੀਜ਼ ਐਡ ਕੀਤੀ ਜਾਂਦੀ ਆ ਉਹਦੇ 'ਚ, ਟਾਈਮ ਟੂ ਟਾਈਮ ਜਿਹੜੀਆਂ ਉਹਨਾਂ 'ਚ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਨੇ। ਹੁਣ ਆਪਾਂ ਆਰਟੀਕਲਸ ਡਿਸਕਸ ਕਰਾਂਗੇ। ਠੀਕ ਹੈ, ਆਪਣਾ ਧਿਆਨ ਨਾਲ ਚਾਹੇ ਵੀਡੀਓ ਨੂੰ ਤੁਸੀਂ 2 ਵਾਰੀ ਦੇਖ ਲਿਓ, ਪਰ ਆਪਣਾ ਇਸ ਤਰ੍ਹਾਂ ਨਾਲ ਦੇਖਿਓ ਵੀ ਜਿੰਨਾ ਪੜ੍ਹਾਇਆ ਤੁਹਾਨੂੰ ਵੀਡੀਓ ਦੇ ਐਂਡ ਤੱਕ ਸਾਰਾ ਤੁਹਾਡੇ ਦਿਮਾਗ 'ਚ ਹੀ ਰਹੇ। ਕਲੀਅਰ ਹੈ ਜੀ। ਕੌਨਸਟੀਟਿਊਸ਼ਨਲ ਐਂਡ ਲੀਗਲ ਪ੍ਰੋਵੀਜ਼ਨਸ ਫਾਰ ਵੂਮੈਨ ਇਨ ਇੰਡੀਆ। ਕੌਨਸਟੀਟਿਊਸ਼ਨਲ ਰਾਈਟਸ ਆਫ ਵੂਮੈਨ। ਸਭ ਤੋਂ ਪਹਿਲਾਂ ਆ ਗਿਆ ਜੀ ਆਰਟੀਕਲ 14। ਆਰਟੀਕਲ 14 'ਚ ਕੀ ਹੈ? ਇਕੁਅਲ ਰਾਈਟਸ ਇਨ ਦਾ ਪੋਲੀਟੀਕਲ, ਇਕਨੋਮਿਕ ਐਂਡ ਸੋਸ਼ਲ ਸਫੇਅਰ। ਆਰਟੀਕਲ 14 ਦੇ ਵਿੱਚ ਕਹਿੰਦੇ ਕੀ ਅਧਿਕਾਰ ਹੈ ਵੀ ਜਿਹੜਾ ਇਕੁਅਲ ਰਾਈਟਸ ਹੈ ਵੂਮੈਨ ਨੂੰ ਪੋਲੀਟੀਕਲ ਖੇਤਰ 'ਚ ਵੀ, ਇਕਨੋਮਿਕ 'ਚ ਅਤੇ ਸੋਸ਼ਲ ਸਫੇਅਰ। ਠੀਕ ਹੈ, ਆਪਣੀ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ, ਚਾਹੇ ਇਲੈਕਸ਼ਨ ਦੇ ਨਾਮ 'ਤੇ ਲਾ ਲਓ, ਪੋਲੀਟੀਕਲ। ਇਹ ਨਹੀਂ ਹੈਗਾ ਵੀ ਮਤਲਬ ਕਿ ਉਹ ਚਲੋ ਅੱਗੇ ਪੜ੍ਹਾਂਗੇ, ਅੱਗੇ ਆਪਾਂ ਨੂੰ ਆਊਗਾ ਵੀ ਆਰਟੀਕਲ ਵੀ ਰਿਜ਼ਰਵ ਕੀਤੀਆਂ ਜਾਂਦੀਆਂ ਨੇ ਇੰਨੀਆਂ ਸੀਟਸ ਵੂਮੈਨ ਲਈ। ਮਤਲਬ ਕਿ ਇਕੁਅਲ ਰਾਈਟਸ ਨੇ। ਜਿਹੜਾ ਆਰਟੀਕਲ 14 ਹੈ ਉਹ ਕਾਹਦੀ ਗੱਲ ਕਰਦਾ ਹੈ? ਇਕੁਐਲਿਟੀ ਦੀ ਗੱਲ ਕਰਦਾ ਹੈ ਕਿ ਇਕੁਅਲ ਰਾਈਟਸ ਨੇ। ਆਰਟੀਕਲ 14 ਪ੍ਰੋਵੀਜ਼ਨਸ ਆਫ ਡਿਸਕ੍ਰਿਮੀਨੇਸ਼ਨ ਔਨ ਦ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, ਸੈਕਸ। ਠੀਕ ਹੈ ਜੀ, ਕੋਈ ਵੀ ਮਤਲਬ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾਊਗੀ। ਇਹ ਨਹੀਂ ਹੈਗਾ ਵੀ ਇਹ ਕਿਹੜੇ ਧਰਮ ਨਾਲ ਸੰਬੰਧ ਰੱਖਦਾ ਹੈ ਜਾਂ ਫਿਰ ਇਹਦਾ ਬੈਕਗਰਾਊਂਡ ਕੀ ਹੈ, ਰੇਸ, ਕਾਸਟ ਕਿਹੜੀ ਹੈ, ਸੈਕਸ ਮਤਲਬ ਮੈਨ ਹੈ ਕਿ ਵੂਮੈਨ ਹੈ, ਉਸ ਚੀਜ਼ ਨੂੰ ਲੈ ਕੇ ਉਹਨਾਂ 'ਚ ਮਤਲਬ ਕਿ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾਊ, ਕੋਈ ਭੇਦਭਾਵ ਨਹੀਂ ਕੀਤਾ ਜਾਊਗਾ। ਇਹ ਕਿਹਦੇ ਅਕੋਰਡਿੰਗ? ਆਰਟੀਕਲ 15 ਦੇ ਅਕੋਰਡਿੰਗ। ਹੁਣ ਆ ਗਿਆ ਜੀ ਆਰਟੀਕਲ 15 ਕਲੌਜ਼ 3। The state to make any special provision in favor of women and children।
ਜਿਹੜੀ ਸਟੇਟ ਹੈ, ਜਿਹੜਾ ਰਾਜ ਹੈ, ਉਹ ਕੀ ਕਰੂਗਾ ਕਹਿੰਦੇ ਵੂਮੈਨ ਅਤੇ ਚਿਲਡਰਨ ਦੀ ਪ੍ਰੋਵੀਜ਼ਨ ਦੇ ਲਈ, ਠੀਕ ਹੈ, ਉਹਦੇ ਮਤਲਬ ਕਿ ਵੂਮੈਨ ਅਤੇ ਚਿਲਡਰਨ ਦੇ ਲਈ ਕੋਈ ਸਪੈਸ਼ਲ ਪ੍ਰੋਵੀਜ਼ਨਸ ਹੋਣਗੇ ਉਹਨਾਂ ਦੀ ਇਕੁਐਲਿਟੀ ਦੇ ਲਈ, ਠੀਕ ਹੈ। ਉਹਨਾਂ ਨੂੰ ਮਤਲਬ ਕਿ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਕਮਜ਼ੋਰ ਸਮਝਿਆ ਜਾਊਗਾ, ਉਹਨਾਂ ਨੂੰ ਮੈਨ ਦੇ ਬਰਾਬਰ ਅਧਿਕਾਰ ਜਿਹੜੇ ਦਿਵਾਏ ਜਾਣਗੇ। ਉਹ ਤੋਂ ਬਿਨਾਂ ਜਿਵੇਂ ਹੁਣ ਸੈਂਟਰ ਗੌਰਮੈਂਟ ਦੀ ਚਲੋ ਹੈਗਾ, ਮਤਲਬ ਸਟੇਟ ਦਾ ਵੀ ਜਿਹੜਾ ਇਹ ਫਰਜ਼ ਹੋਊਗਾ ਵੀ ਜਿਹੜੇ ਸਪੈਸ਼ਲ ਪ੍ਰੋਵੀਜ਼ਨਸ ਪ੍ਰੋਵਾਈਡ ਕਰਵਾਊਗਾ ਕਿਹਦੇ ਫੇਵਰ 'ਚ, ਵੂਮੈਨ ਅਤੇ ਚਿਲਡਰਨ ਦੇ ਫੇਵਰ 'ਚ। ਜਿੰਨਾ ਕਿ ਇੱਥੇ ਨੋਟ ਕੀਤਾ ਸਫੀਸ਼ੀਐਂਟ ਹੈ। ਪੇਪਰ 'ਚ ਪੁੱਛ ਸਕਦੇ ਆ ਜਿਵੇਂ ਮਤਲਬ ਕਿ ਪੁਆਇੰਟ ਲਿਖ ਕੇ ਕਿ ਕਿਹੜੇ ਆਰਟੀਕਲ ਦੇ ਅਕੋਰਡਿੰਗ ਹੈ, ਜਾਂ ਆਰਟੀਕਲ 14 ਕਿਸ ਚੀਜ਼ ਬਾਰੇ ਦੱਸਦਾ ਹੈ, ਇਹ ਸਾਰਾ ਕੁਛ। ਅੱਗੇ ਆ ਗਿਆ ਜੀ ਆਰਟੀਕਲ 60, equality of opportunity for all citizens in matters relating to employment or appointment to any office under the state, ਠੀਕ ਹੈ। ਮਤਲਬ ਕਿ ਇਹ ਕਹਿੰਦੇ ਨੇ ਇਹਦੇ ਵਿੱਚ ਵੀ ਜਿਵੇਂ ਜੋਬ ਦੀ ਜੇ ਅਸੀਂ ਗੱਲ ਕਰੀਏ ਵੀ ਕੋਈ ਵੀ ਜਿਹੜੇ ਆਪਣੇ ਜਿਵੇਂ ਲਾ ਲਓ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਹੈ ਨਾ, ਇੰਡੀਆ ਦੇ ਆਰਟੀਕਲ ਬਾਰੇ ਪੜ੍ਹ ਰਹੇ ਹਾਂ, ਇਹ ਇੰਡੀਆ ਦੇ ਕੌਨਸਟੀਟਿਊਸ਼ਨ ਬਾਰੇ ਪੜ੍ਹ ਰਹੇ ਹਾਂ ਵੀ ਜਿੰਨੇ ਵੀ ਸਿਟੀਜ਼ਨਸ ਨੇ ਉਹਨਾਂ ਦੀ ਇਕੁਅਲ ਓਪਰਚੁਨਿਟੀਜ਼ ਹੋਣਗੀਆਂ, ਚਾਹੇ ਉਹ ਮੈਨ ਹੈ ਚਾਹੇ ਉਹ ਵੂਮੈਨ ਹੈ, ਠੀਕ ਹੈ। ਮੀਨਸ ਇੱਥੇ ਆਪਾਂ ਵੂਮੈਨ ਦੀ ਗੱਲ ਕਰਦੇ ਹਾਂ ਤਾਂ ਇੱਥੇ ਮੇਨ ਇਹਨਾਂ ਨੇ ਫੋਕਸ ਕੀ ਕੀਤਾ ਵੀ ਵੂਮੈਨ ਨੂੰ ਵੀ ਇਕੁਅਲ ਓਪਰਚੁਨਿਟੀਜ਼ ਮਿਲਣਗੀਆਂ, ਚਾਹੇ ਉਹ ਜੋਬ ਦੇ ਰਿਲੇਟਡ ਹੈ, ਇੰਪਲੋਇਮੈਂਟ ਹੈ, ਜਾਂ ਫਿਰ ਅਪੋਇੰਟਮੈਂਟ ਟੂ ਐਨੀ ਆਫਿਸ, ਕੋਈ ਪ੍ਰਮੋਸ਼ਨ ਹੈ। ਇਹ ਨਹੀਂ ਹੈਗਾ ਵੀ ਉਹ ਮੈਨ ਹੈ ਤਾਂ ਉਹਨੂੰ ਮਤਲਬ ਕਿ ਦੇਖ ਮੈਨ ਅਤੇ ਵੂਮੈਨ ਅਗਰ ਇਕੁਅਲ ਜਗ੍ਹਾ 'ਤੇ ਕੰਮ ਕਰਦੇ ਨੇ, ਠੀਕ ਹੈ, ਤਾਂ ਉਹਨਾਂ ਨੂੰ ਅਗਰ ਪ੍ਰਮੋਸ਼ਨ ਦੇਣੀ ਹੈ ਤਾਂ ਇਹ ਨਹੀਂ ਹੈਗਾ ਵੀ ਮੈਨ ਨੂੰ ਪ੍ਰਮੋਸ਼ਨ ਦਿੱਤੀ ਜਾਊ ਅਤੇ ਵੂਮੈਨ ਨੂੰ ਨਹੀਂ ਦਿੱਤੀ ਜਾਊ, ਜਾਂ ਫਿਰ ਜੋਬ ਦੇ ਰਿਗਾਰਡਿੰਗ। ਪਰ ਹੈ ਨਾ ਜੇ ਅਸੀਂ ਗੱਲ ਕਰੀਏ ਜਿਵੇਂ ਆਰਟੀਕਲ 16 ਹੈ ਤਾਂ ਇਹਦੇ ਰਿਗਾਰਡਿੰਗ ਇਹਨਾਂ ਦੇ ਰਿਲੇਟਡ ਇਹਨਾਂ ਨੇ ਕਹਿ ਤਾਂ ਦਿੱਤਾ ਵੀ ਇਕੁਅਲ ਓਪਰਚੁਨਿਟੀਜ਼ ਫਾਰ ਆਲ ਸਿਟੀਜ਼ਨਸ, ਚਾਹੇ ਉਹ ਮੈਨ ਹੈ ਵੂਮੈਨ ਹੈ, ਠੀਕ ਹੈ। ਪਰ ਕਈ ਵਾਰੀ ਨਾ ਕਿਤੇ ਕਿਤੇ ਐਵੇਂ ਦੇਖਣ ਨੂੰ ਮਿਲਦਾ ਵੀ ਜਦੋਂ ਵੂਮੈਨ ਕਿਸੇ ਜਗ੍ਹਾ 'ਤੇ ਜੋਬ ਲਈ ਜਾਂਦੀਆਂ ਨੇ ਤਾਂ ਮੰਨ ਲਓ ਅਨਮੈਰਿਡ ਵੂਮੈਨ ਦੀ ਆਪਾਂ ਗੱਲ ਕਰਦੇ ਹਾਂ ਹੈ ਨਾ, ਤਾਂ ਉਹਨਾਂ ਦੀ ਜਿਹੜੀ ਜੋਬ ਹੈ ਮਤਲਬ ਉਹਨਾਂ ਨੂੰ ਕਈ ਵਾਰੀ ਇਹ ਕਹਿ ਕੇ ਵੀ ਉੱਥੋਂ ਮਤਲਬ ਕਿ ਮੋੜ ਦਿੱਤਾ ਜਾਂਦਾ ਵੀ ਆਫਟਰ ਮੈਰਿਜ ਵੀ ਤੁਸੀਂ ਇੱਥੇ ਜੋਬ ਮਤਲਬ ਕੰਟੀਨਿਊ ਨਹੀਂ ਕਰ ਸਕਦੇ ਹੈ ਨਾ, ਵੀ ਇਹਦੇ ਨਾਲ ਚਲੋ ਉਹਨਾਂ ਨੂੰ ਵੀ ਹੁੰਦਾ ਵੀ ਸਾਨੂੰ ਨੁਕਸਾਨ ਹੈ ਇਸ ਚੀਜ਼ ਦਾ ਵੀ ਬਾਰ-ਬਾਰ ਅਸੀਂ ਜਿਹੜੇ ਆਪਣੇ ਇੰਪਲੋਇਜ਼ ਚੇਂਜ ਕਰਾਂਗੇ। ਪਰ ਮਤਲਬ ਕਿ ਕਿਤੇ ਨਾ ਕਿਤੇ ਕਹਿੰਦੇ ਹਾਲੇ ਵੀ ਮਤਲਬ ਇਸ ਚੀਜ਼ 'ਚ ਫਰਕ ਹੈ, ਦੇਖਣ ਨੂੰ ਮਿਲਦਾ। ਬਟ ਆਰਟੀਕਲ 16 ਇੱਥੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਗੱਲ ਕਰਨੀ ਹੈ ਰਾਈਟਸ ਆਫ ਵੂਮੈਨ ਦੀ, ਤਾਂ ਆਪਾਂ ਜ਼ਿਆਦਾ ਡਿਟੇਲ 'ਚ ਅੱਗੇ ਨਹੀਂ ਜਾਵਾਂਗੇ ਉਹ ਵਾਲੀ ਸਾਈਡ 'ਤੇ। ਮਤਲਬ ਆਰਟੀਕਲ 16 ਦੇ ਵਿੱਚ ਬਸ ਇਹਨਾਂ ਨੇ ਇੱਕ ਗੱਲ ਜਿਹੜੀ ਕਹਿਤੀ, ਚਾਹੇ ਜੋਬ ਹੈ ਚਾਹੇ ਪ੍ਰਮੋਸ਼ਨ ਹੈ, ਠੀਕ ਹੈ, ਇਕੁਅਲ ਓਪਰਚੁਨਿਟੀਜ਼ ਹੋਣਗੀਆਂ ਆਲ ਸਿਟੀਜ਼ਨਸ। ਅੱਗੇ 5th ਆ ਗਿਆ ਜੀ ਆਰਟੀਕਲ 39A, ਦ ਸਟੇਟ ਟੂ ਡਾਇਰੈਕਟ ਇਟਸ ਪੋਲਿਸੀ towards securing for men and women equally the right to an adequate means of livelihood। ਮੀਨਸ ਕਿ ਉਹ ਕਹਿੰਦੇ ਵੀ ਸਟੇਟ ਜਿਹੜੀਆਂ ਪੋਲਿਸੀਜ਼ ਨੂੰ ਇਸ ਢੰਗ ਨਾਲ ਬਣਾਊਗਾ ਕਿ ਮੈਨ ਅਤੇ ਵੂਮੈਨ ਨੂੰ ਇਕੁਅਲ ਟਰੀਟ ਕੀਤਾ ਜਾਊਗਾ, ਇਕੁਅਲ ਤਰ੍ਹਾਂ ਦੀਆਂ ਉਹਨਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਵਾਈਆਂ ਜਾਣਗੀਆਂ, ਠੀਕ ਹੈ ਜੀ। ਜਿਉਣ ਦੀਆਂ ਜਿਹੜੀਆਂ ਮਤਲਬ ਕਿ ਸੁਵਿਧਾਵਾਂ ਨੇ ਉਹ ਬਰਾਬਰ ਮਿਲਣਗੀਆਂ। ਇਹ ਕਿਹਦੀ ਡਿਊਟੀ ਹੈ? ਸਟੇਟ ਦੀ ਡਿਊਟੀ ਹੈ। ਇਹ ਕਿਹੜੇ ਆਰਟੀਕਲ ਦੇ ਅਕੋਰਡਿੰਗ ਹੈ ਜੀ? 39A। 39D, equal pay for equal work, equal pay for equal work for both men and women। ਅਗਰ ਮੈਨ ਅਤੇ ਵੂਮੈਨ ਬਰਾਬਰ ਕੰਮ ਕਰਦੇ ਹੈ, ਠੀਕ ਹੈ, ਤਾਂ ਉਹਨਾਂ ਨੂੰ ਬਰਾਬਰ ਤਨਖਾਹ ਮਿਲੂਗੀ ਆਰਟੀਕਲ 39D ਦੇ ਅਕੋਰਡਿੰਗ। ਹੁਣ ਪੇਪਰ 'ਚੋਂ ਪੁੱਛ ਲੈਂਦੇ ਆ ਕਿ ਇਕੁਅਲ ਪੇ ਫॉर ਇਕੁਅਲ ਵਰਕ ਫॉर ਬੋਥ ਮੈਨ ਐਂਡ ਵੂਮੈਨ ਅਕੋਰਡਿੰਗ ਟੂ ਕਿਹੜੇ ਆਰਟੀਕਲ ਦੇ ਅਕੋਰਡਿੰਗ? ਆਰਟੀਕਲ 39D, 39A, ਆਰਟੀਕਲ 42, ਆਰਟੀਕਲ 15। ਅਗਰ ਪੜ੍ਹਿਆ ਹੋਊਗਾ ਤਾਂ ਬਸ ਇੱਕ ਵਾਰੀ ਮਾੜਾ ਜਿਹਾ ਆਪਾਂ ਦਿਮਾਗ 'ਚ ਸੋਚਿਆ ਅਤੇ ਨਾਲ ਦੀ ਨਾਲ ਆਪਾਂ ਟਿਕ ਲਾਇਆ, ਕੋਈ ਆਪਣਾ ਟਾਈਮ ਵੀ ਵੇਸਟ ਨਹੀਂ ਹੋਊਗਾ, ਠੀਕ ਹੈ ਜੀ। ਆਰਟੀਕਲ 6 ਤੱਕ ਹੋ ਗਿਆ। ਅੱਗੇ ਆ ਗਿਆ ਜੀ ਆਰਟੀਕਲ 7। ਆਰਟੀਕਲ 7 ਹੈ ਜੀ 39 ਕੈਪੀਟਲ A। ਇਹਦੇ ਵਿੱਚ ਆਪਣੇ ਕੋਲ ਕੀ ਹੈ? ਡਾਇਰੈਕਟ ਦਾ ਸਟੇਟ ਟੂ ਪ੍ਰਮੋਟ
justice on the basis of equal opportunity and to promote free legal aid by suitable legislation or scheme or in any other way to ensure that opportunities for securing justice are not denied to any citizen by reason of economic and other disabilities। ਜਿਹੜਾ 39A ਆਰਟੀਕਲ ਹੈ ਨਾ, ਜਿਹੜਾ ਇਹ ਵਾਲਾ ਆਰਟੀਕਲ ਹੈ ਉਹਦੇ ਵਿੱਚ ਇਹ ਨਾ ਮਤਲਬ ਕਿ 42nd ਮਤਲਬ ਜਿਹੜੀ ਅਮੈਂਡਮੈਂਟ ਹੋਈ ਸੀ, 42 ਅਮੈਂਡਮੈਂਟ ਹੋਈ ਸੀ 1976, 42nd ਅਮੈਂਡਮੈਂਟ ਐਕਟ 1976 ਦੇ ਵਿੱਚ ਜਿਹੜਾ ਆਰਟੀਕਲ 39 ਕੈਪੀਟਲ A ਜਿਹੜਾ ਐਡ ਕੀਤਾ ਗਿਆ ਸੀ। ਜਿਹੜਾ ਇਹ ਵਾਲਾ ਆਰਟੀਕਲ ਨਾ ਬਹੁਤ ਹੀ ਇੰਪੋਰਟੈਂਟ ਹੈ। ਹੁਣ ਮੈਂ ਮਤਲਬ ਜੇ ਤੁਹਾਨੂੰ ਡਾਇਰੈਕਟਲੀ ਮਤਲਬ ਮੋਟਾ ਮੋਟਾ ਮੈਂ ਸਮਝਾਉਣਾ ਹੋਵੇ ਵੀ ਇਹਦਾ ਮਤਲਬ ਕੀ ਹੈ ਆਰਟੀਕਲ ਦਾ, ਹੈ ਨਾ। ਮੰਨ ਲਓ ਵੀ ਇੱਕ ਪੂਅਰ ਪਰਸਨ ਹੈ, ਇੱਕ ਰਿਚ ਪਰਸਨ ਹੈ, ਕਿਸੇ ਵਜ੍ਹਾ ਨਾਲ ਉਹਨਾਂ 'ਚ ਕੋਈ ਲੜਾਈ ਹੋ ਗਈ, ਕੋਈ ਝਗੜਾ ਹੋ ਗਿਆ ਜਾਂ ਕੁਛ ਵੀ ਹੈ ਨਾ, ਤਾਂ ਜਿਹੜਾ ਤਾਂ ਅਮੀਰ ਹੈ ਉਹ ਤਾਂ ਈਜ਼ਲੀ ਜਿਹੜਾ ਵਕੀਲ ਵੀ ਹਾਇਰ ਕਰ ਸਕਦਾ। ਜਿਹੜਾ ਗਰੀਬ ਬੰਦਾ ਜਿਹਨੇ ਕਮਾਈ ਉਨੀ ਕੁ ਕਰਨੀ ਉਹ ਨਹੀਂ ਹਾਇਰ ਕਰ ਸਕਦਾ। ਬਟ ਹੁਣ ਫਿਰ ਤਾਂ ਇਹਦਾ ਮਤਲਬ ਇਹ ਹੋ ਗਿਆ ਵੀ ਉਹਨੂੰ ਉਹਦਾ ਮਤਲਬ ਅਧਿਕਾਰ ਹੀ ਨਹੀਂ ਮਿਲਿਆ ਕੋਈ, ਠੀਕ ਹੈ, ਉਹਦਾ ਨਿਆਂ ਹੀ ਨਹੀਂ ਹੋਇਆ ਹੈਗਾ। ਤਾਂ ਉਹ ਕੀ ਕਰੂਗਾ, ਜਿਹੜਾ ਆਰਟੀਕਲ 39A ਸੀ ਇਹਦੇ ਅਕੋਰਡਿੰਗ ਫ੍ਰੀ ਲੀਗਲ ਏਡ ਮੀਨਸ ਕਿ ਗੌਰਮੈਂਟ ਜਿਹੜੀ ਉਹਨੂੰ ਫ੍ਰੀ ਜਿਹੜਾ ਵਕੀਲ ਪ੍ਰੋਵਾਈਡ ਕਰਵਾਊਗੀ, ਸਾਰਾ ਖਰਚਾ ਜਿਹੜਾ ਉਹਦੇ ਕੇਸ 'ਤੇ ਆਊਗਾ ਵੀ ਜਿਹੜਾ ਉਹ ਕਿਹਦੇ ਦੁਆਰਾ ਹੋਊਗਾ, ਗੌਰਮੈਂਟ ਦੁਆਰਾ ਹੋਊਗਾ। ਮਤਲਬ ਕੋਈ ਵੀ ਇਹ ਨਹੀਂ ਹੈਗਾ ਵੀ ਬਰਾਬਰ ਦੀ ਓਪਰਚੁਨਿਟੀ, ਇਹ ਨਹੀਂ ਹੈਗਾ ਵੀ ਕੋਈ ਵੀ ਸਿਟੀਜ਼ਨ ਹੈ ਜਿਹਨੂੰ ਜ਼ਰੂਰਤ ਹੈ, ਚਾਹੇ ਉਹ ਇਕਨੋਮਿਕਲੀ ਵੀਕ ਹੈ, ਡਿਸੇਬਲ ਹੈ, ਕਿਸੇ ਵੀ ਤਰ੍ਹਾਂ ਦਾ। ਇੱਥੇ ਵੂਮੈਨ ਲਈ ਵੀ ਸੇਮ ਹੈ, ਇਹ ਨਹੀਂ ਹੈਗਾ ਵੀ ਇਕੱਲੇ ਮੈਨ ਲਈ ਹੈ। ਇਹ ਕਲੀਅਰ ਹੈ ਜੀ। ਅੱਗੇ ਆ ਗਿਆ ਜੀ ਆਰਟੀਕਲ 42। ਜਿਹੜਾ ਆਰਟੀਕਲ 42 ਹੈ ਡਾਇਰੈਕਟਸ ਦ ਸਟੇਟ ਟੂ ਮੇਕ ਪ੍ਰੋਵੀਜ਼ਨ ਫਾਰ ਸਿਕਿਉਰਿੰਗ ਜਸਟ ਐਂਡ ਹਿਊਮੇਨ condition of work and for maternity relief, just and humane conditions of work and for maternity relief। ਜਿਹੜਾ ਆਰਟੀਕਲ 42 ਹੈ ਮਤਲਬ ਕਿ ਜਿਹੜੇ ਕੰਮ ਕਰਦੇ ਆ, ਜਿਵੇਂ ਕੋਈ ਵੀ ਆਪਾਂ ਮਤਲਬ ਵੀ ਕੰਮ ਕਰਦੇ ਆ ਫੈਕਟਰੀ ਦੇ ਵਿੱਚ, ਹੈ ਨਾ, ਤਾਂ ਉਹਨਾਂ ਨੂੰ ਬੇਸਿਕ ਫੈਸਿਲਿਟੀਜ਼ ਪ੍ਰੋਵਾਈਡ ਕਰਵਾਉਣਗੇ। ਉਹ ਫੈਕਟਰੀ ਦੁਆਰਾ ਉਹਨਾਂ ਨੂੰ ਬੇਸਿਕ ਫੈਸਿਲਿਟੀਜ਼ ਪ੍ਰੋਵਾਈਡ ਕਰਾਈਆਂ ਜਾਣਗੀਆਂ। ਨਿਆਂ ਮਤਲਬ ਕਿ ਕੋਈ ਉਹਨਾਂ ਨਾਲ ਨਿਆਂ ਹੀ ਨਹੀਂ ਕੀਤਾ ਜਾਊਗਾ। ਜਿਹੜੀਆਂ ਸੁੱਖ ਸੁਵਿਧਾਵਾਂ ਨੇ, ਹੁਣ ਜਿਵੇਂ ਫੈਕਟਰੀ 'ਚ ਕੰਮ ਕਰ ਰਹੇ ਹੈ ਕਿ ਪ੍ਰੋਪਰ ਮਤਲਬ ਕਿ ਆਕਸੀਜਨ ਦੀ ਕਮੀ ਨਾ ਹੋਵੇ ਉਹਨਾਂ ਲਈ, ਉਹਨਾਂ ਨੂੰ ਮਤਲਬ ਕਿ ਪਾਣੀ ਸਹੀ ਤਰੀਕੇ ਨਾਲ ਮਿਲਦਾ ਹੈ। ਅਤੇ ਦੇਖੋ ਇਹ ਨਹੀਂ ਹੈਗਾ ਵੀ ਉਹ ਫੈਕਟਰੀ ਵਾਲੇ ਉਹਨਾਂ ਤੋਂ 20 ਘੰਟੇ ਕੰਮ ਕਰਾਉਣ, ਮਤਲਬ ਕਿ 8 ਘੰਟੇ ਉਹਨਾਂ ਤੋਂ ਕੰਮ ਕਰਾਇਆ ਜਾਊਗਾ। ਅਤੇ ਫਿਰ ਇਹ ਵੀ ਨਹੀਂ ਵੀ ਕੋਈ ਵਿੱਚ ਦੀ ਬ੍ਰੇਕ ਨਹੀਂ ਹੋਊਗੀ, ਉਹਨਾਂ ਨੂੰ ਟੀ ਬ੍ਰੇਕ, ਲੰਚ ਬ੍ਰੇਕ ਦਿੱਤੀ ਜਾਊਗੀ ਵਿੱਚ, ਠੀਕ ਹੈ। ਮੀਨਸ ਬੇਸਿਕ ਫੈਸਿਲਿਟੀਜ਼ ਜਿਹੜੀਆਂ ਉਹਨਾਂ ਨੂੰ ਪ੍ਰੋਵਾਈਡ ਕਰਵਾਈਆਂ ਜਾਣਗੀਆਂ। ਕਲੀਅਰ ਹੈ। ਇਹ ਕਿਹਦੇ 'ਚ ਆਇਆ ਸਾਡੇ ਕੋਲ, ਜਸਟ ਐਂਡ ਹਿਊਮੇਨ ਕੰਡੀਸ਼ਨਸ ਆਫ ਵਰਕ ਦੇ ਵਿੱਚ। ਅੱਗੇ ਮੈਟਰਨਿਟੀ ਰਿਲੀਫ। ਮੈਟਰਨਿਟੀ ਰਿਲੀਫ ਦੇ ਵਿੱਚ ਕੀ ਹੁੰਦਾ ਹੈ ਵੀ ਜਿਵੇਂ ਮਤਲਬ ਕਿ ਪ੍ਰੈਗਨੈਂਟ ਵੂਮੈਨ ਹੈ ਨਾ, ਅਤੇ ਉਹਨੇ ਕੀ ਕਰਨਾ ਹੈ, ਜਿਵੇਂ ਲੀਵ ਲੈਣੀ ਹੈ, ਠੀਕ ਹੈ, ਅਤੇ ਲੀਵ ਲੈਣ ਵਾਸਤੇ ਮੀਨ ਸਪੈਸ਼ਲ ਉਹਨਾਂ ਵਾਸਤੇ ਮੈਟਰਨਿਟੀ ਲੀਵ ਹੁੰਦੀ ਹੈ। ਜਿਹੜੀ ਮੈਟਰਨਿਟੀ ਲੀਵ ਹੁੰਦੀ ਹੈ ਉਹਦੇ ਵਿੱਚ ਕੋਈ ਵੀ ਮਤਲਬ ਉਹਨਾਂ ਦੀ ਜਿਵੇਂ ਆਪਾਂ ਕਹਿ ਦਈਏ ਵੀ ਸੈਲਰੀ ਵਗੈਰਾ ਵੀ ਨਹੀਂ ਕੱਟ ਹੁੰਦੀ ਹੈਗੀ, ਠੀਕ ਹੈ। ਉਹਨਾਂ ਨੂੰ ਮਤਲਬ ਸੈਲਰੀ ਵੀ ਪੂਰੀ ਮਿਲੂ, ਕੋਈ ਇਹ ਨਹੀਂ ਵੀ ਉਹਨਾਂ ਨੂੰ ਜੋਬ ਤੋਂ ਹਟਾਇਆ ਜਾਊ, ਜੋਬ ਤੋਂ ਵੀ ਨਹੀਂ ਹਟਾ ਸਕਦੇ। ਕਲੀਅਰ ਹੈ। ਅਤੇ ਉਹ ਤੋਂ ਬਿਨਾਂ ਮਤਲਬ ਕਿ ਜਿਹੜੇ ਇਹ ਆਰਟੀਕਲ 42 ਦੇ ਤਹਿਤ ਜਿਹੜੇ ਉਹਨਾਂ ਨੂੰ ਮਤਲਬ ਕਿ ਜਿਹੜੀਆਂ ਪ੍ਰੈਗਨੈਂਟ ਵੂਮੈਨਸ ਨੇ, ਜਿਵੇਂ ਉਹਨਾਂ ਨੂੰ ਜਿਹੜੇ ਪ੍ਰੋਵੀਜ਼ਨਸ ਦਿੱਤੇ ਗਏ ਨੇ, ਵੂਮੈਨਸ ਨੂੰ ਪ੍ਰੋਵੀਜ਼ਨ ਦਿੱਤੇ ਗਏ ਨੇ ਮੈਟਰਨਿਟੀ ਲੀਵ ਦੇ ਲਈ। ਅੱਗੇ ਆ ਗਿਆ ਜੀ ਆਰਟੀਕਲ 46। ਵੀਡੀਓ ਜ਼ਰੂਰ ਲੰਬੀ ਹੋਊਗੀ, ਠੀਕ ਹੈ, ਤਾਂ ਆਪਣਾ ਤੁਸੀਂ ਇਹ ਨਹੀਂ ਹੈਗਾ ਵੀ ਵੀਡੀਓ ਵਿੱਚੋਂ ਸਕਿਪ ਕਰੋ, ਕਿਉਂਕਿ ਇੱਕ ਪੁਆਇੰਟ ਜਿਹੜਾ ਦਾ ਇੰਪੋਰਟੈਂਟ ਹੈ। ਇਹ ਨਹੀਂ ਹੈਗਾ ਵੀ ਸਕਿਪ ਕਰਕੇ ਤੁਸੀਂ ਆਪਣੀ ਵੀਡੀਓ ਦੇਖੋ, ਠੀਕ ਹੈ। ਅਗਰ ਸਕਿਪ ਕਰੋਗੇ ਤਾਂ ਤੁਹਾਡਾ ਹੀ ਨੁਕਸਾਨ ਹੈ ਇਹਦੇ 'ਚ। ਆਪਾਂ ਨੇ ਤਾਂ ਦੇਖੋ ਵੀਡੀਓ ਬਣਾਉਣੀ ਸੀ, ਤੁਹਾਨੂੰ ਮਤਲਬ ਮਟੀਰੀਅਲ ਪ੍ਰੋਵਾਈਡ ਕਰਵਾਉਣਾ ਸੀ, ਠੀਕ ਹੈ, ਉਹ ਅਪਲੋਡ ਕਰਤੀ ਹੈ। ਹੁਣ ਅਗਰ ਸਕਿਪ ਕਰੋਗੇ ਤਾਂ ਤੁਹਾਡਾ ਬਹੁਤ ਨੁਕਸਾਨ ਹੈ ਇਹਦੇ 'ਚ। ਅੱਗੇ ਆ ਗਿਆ ਜੀ ਆਰਟੀਕਲ 46। ਆਰਟੀਕਲ 46 'ਚ ਕੀ ਹੈ, ਦ ਸਟੇਟ ਸ਼ੈਲ ਪ੍ਰਮੋਟ ਵਿਦ ਸਪੈਸ਼ਲ ਕੇਅਰ
the educational and economic interests of the weaker sections of the people, and in particular of the SC scheduled caste and scheduled tribes, and shall protect them from social injustice and all forms of exploitation। मतलब कि गरीब लोगों ਲਈ ਜਿਹੜੀ ਐਜੂਕੇਸ਼ਨ ਉਹਨਾਂ ਨੂੰ ਫ੍ਰੀ ਪ੍ਰੋਵਾਈਡ ਕਰਵਾਈ ਜਾਊਗੀ, ਜਿਹੜੇ ਗਰੀਬ ਬੱਚੇ ਹੈ ਇਕਨੋਮਿਕਲੀ ਵੀਕ ਹੈ ਜਿਹੜੇ, ਠੀਕ ਹੈ। ਕੋਈ ਇਹ ਨਹੀਂ ਵੀ ਇਕੱਲੇ ਜਿਹੜੇ ਬॉयਜ਼ ਆ ਉਹਨਾਂ ਨੂੰ, ਗਰਲਜ਼ ਨੂੰ ਵੀ। ਵੈਸੇ ਵੀ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਬਾਰੇ ਪਤਾ ਤੁਹਾਨੂੰ, ਜਿਵੇਂ ਰਾਈਟ ਟੂ ਐਜੂਕੇਸ਼ਨ ਹੈਗਾ, ਜਿਹਦੇ ਵਿੱਚ 14 ਸਾਲ ਤੱਕ ਦੇ ਬੱਚੇ ਨੂੰ ਜਿਹੜਾ ਮਤਲਬ ਕਿ ਪੜ੍ਹਾਈ ਤੋਂ ਆਪਾਂ ਇਹ ਕਹਿ ਸਕਦੇ ਵੀ ਵਾਂਝਾ ਨਹੀਂ ਰੱਖਿਆ ਜਾ ਸਕਦਾ, ਠੀਕ ਹੈ, ਵੀ ਪੜ੍ਹਾਉਣਾ ਜ਼ਰੂਰੀ ਹੈ ਬੱਚੇ ਨੂੰ, ਅਤੇ ਸਾਰਾ ਖਰਚਾ ਜਿਹੜਾ ਇਹਦਾ ਉਹ ਗੌਰਮੈਂਟ ਚੱਕਦੀ ਹੈ, ਠੀਕ ਹੈ। ਅਤੇ ਜਿਹੜਾ ਆਪਾਂ ਕਹਿ ਸਕਦੇ ਇਹ ਪ੍ਰੋਵੀਜ਼ਨ ਰਾਈਟ ਟੂ ਐਜੂਕੇਸ਼ਨ ਦੇ ਥਰੂ ਇਹਦੇ ਵਿੱਚ ਪਾ ਲਿਆ ਹੈ, ਠੀਕ ਹੈ। ਜਿਵੇਂ SC ਅਤੇ ST ਕਾਸਟ ਨੂੰ ਜਿਹੜੇ ਬਿਲੋਂਗ ਕਰਦੇ ਆ, ਜਾਂ ਇਕਨੋਮਿਕਲ ਮਤਲਬ ਕਿ ਆਪਾਂ ਕਹਿੰਦੇ ਪੂਅਰ ਸਟੂਡੈਂਟ ਹੈ, ਪੂਅਰ ਬੱਚੇ ਹੈ ਜਿਹੜੇ, ਉਹਨਾਂ ਨੂੰ ਵੀ ਜਿਹੜੀ ਸਪੈਸ਼ਲ ਕੇਅਰ ਪ੍ਰੋਵਾਈਡ ਕਰਵਾਈ ਜਾਊਗੀ। ਇਹ ਨਹੀਂ ਹੈਗਾ ਵੀ ਉਹਨਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਹੈਗਾ, ਕੋਈ ਉਹਨਾਂ ਨਾਲ ਸ਼ੈਲ ਪ੍ਰੋਟੈਕਟ ਦੈਮ ਫਰੋਮ ਸੋਸ਼ਲ ਇਨਜਸਟਿਸ, ਕੋਈ ਇਨਜਸਟਿਸ ਨਹੀਂ ਕੀਤੀ ਜਾਊਗੀ, ਠੀਕ ਹੈ। ਅਤੇ ਐਕਸਪਲੋਟੇਸ਼ਨ ਤੋਂ ਮਤਲਬ ਕਿ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਊਗਾ। ਇਹ ਨਹੀਂ ਹੈਗਾ ਵੀ ਅਗਰ ਉਹ ਗਰੀਬ ਹੈ ਤਾਂ ਉਹਨਾਂ ਨੂੰ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਹੈਗਾ। ਅੱਗੇ ਆ ਗਿਆ ਜੀ ਆਰਟੀਕਲ 47, the state to raise the level of nutrition and the standard of the living of its people। ਸਟੇਟ ਦੀ ਰਿਸਪੋਂਸੀਬਿਲਿਟੀ ਬਣਦੀ ਹੈ, ਠੀਕ ਹੈ, ਕੀ ਕਰੇ, ਰੇਜ਼ ਦਾ ਲੈਵਲ ਆਫ ਨਿਊਟਰੀਸ਼ਨ, ਨਿਊਟਰੀਸ਼ਨ ਦਾ ਲੈਵਲ ਰੇਜ਼ ਕਰੇ, ਅਤੇ ਲਿਵਿੰਗ ਸਟੈਂਡਰਡ ਹੈ ਜਿਹੜਾ ਉਹਨੂੰ ਵੀ ਰੇਜ਼ ਕਰੇ। ਸਟੇਟ ਕੀ ਕਰੇ, ਵਧੀਆ ਚੀਜ਼ਾਂ ਪ੍ਰੋਵਾਈਡ ਕਰਵਾਵੇ ਤਾਂ ਕਿ ਉਹ ਆਪਣੀ ਜਿਹੜੀ ਜ਼ਿੰਦਗੀ ਆ ਵਧੀਆ ਜੀ ਸਕਣ। ਆਪਾਂ ਨੇ 10 ਆਰਟੀਕਲ ਤੱਕ ਪੜ੍ਹ ਲਏ। 11ਵਾਂ ਆਰਟੀਕਲ, ਆਰਟੀਕਲ 51A, 51 ਕੈਪੀਟਲ A, to promote harmony and the spirit of common brotherhood amongst all the people of India, transcending religious, linguistic and regional or sectional diversities, to renounce practice derogatory to the dignity of women। ਆਰਟੀਕਲ 51A ਇਹਦੇ ਨਾਲ ਨਾ ਇਹ ਆਰਟੀਕਲ ਪੂਰਾ ਕਿ 51A ਸਬ ਕਲੌਜ਼ E, ਅਤੇ E ਨਹੀਂ ਲਿਖਿਆ, ਇਹਨੂੰ ਨਾਲ ਲਿਖ ਲਿਓ। ਇਹਦੇ ਅਕੋਰਡਿੰਗ ਕੀ ਹੈ ਵੀ ਜਿਹੜੇ ਸਾਰੇ ਲੋਕਾਂ ਦੇ ਵਿੱਚ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ, ਸਦਭਾਵਨਾ ਨੂੰ ਉਤਸ਼ਾਹਿਤ ਕਰਨਾ, ਠੀਕ ਹੈ। ਔਰਤਾਂ ਦਾ ਮਤਲਬ ਕਿ ਬਰਾਬਰ ਜਿਹੜਾ ਮਾਨ ਸਨਮਾਨ ਕਰਨਾ, ਠੀਕ ਹੈ, ਅਤੇ ਉਹ ਔਰਤਾਂ ਦੇ ਮਾਣ ਲਈ ਜਿਹੜੇ ਅਪਮਾਨਜਨਕ ਅਭਿਆਸ ਨੇ ਉਹਨਾਂ ਨੂੰ ਤਿਆਗਣਾ, ਠੀਕ ਹੈ। ਟੂ ਰਿਨਾਊਂਸ ਪ੍ਰੈਕਟਿਸ ਡੈਰੋਗੇਟਰੀ ਟੂ ਦਾ ਡਿਗਨਿਟੀ ਆਫ ਵੂਮਨ। ਆਰਟੀਕਲ 243 243D ਸਬ ਕਲੌਜ਼ 3, ਇਹ ਆਰਟੀਕਲ ਦੇ ਅਕੋਰਡਿੰਗ ਦੇਖਦੇ ਹਾਂ ਜੀ ਕੀ ਹੈ ਇਹਦੇ 'ਚ। ਨਾਟ ਲੈਸ ਦੈਨ 1/3 including the number of seats reserved for women belonging to the SC scheduled caste and the ST scheduled tribes of the total number of seats to be filled by direct election in every panchayat to be reserved for women, and such seats to be allotted by rotation to different constituencies in a panchayat। देखो ਇਹਦੇ ਆਰਟੀਕਲ ਦੇ ਅਕੋਰਡਿੰਗ ਕੀ ਹੈ ਕਿ 1/3 ਸੀਟ ਤੋਂ ਘੱਟ ਨਹੀਂ ਮਤਲਬ ਦੇ ਸਕਦੇ, ਕਿ 1/3 ਜਿਹੜੀਆਂ ਸੀਟਾਂ ਟੋਟਲ ਸੀਟ ਦੇ ਵਿੱਚੋਂ ਪੰਚਾਇਤ ਦੇ ਅੰਦਰ ਜਿਹੜੀਆਂ ਉਹ ਰਿਜ਼ਰਵ ਕੀਤੀਆਂ ਜਾਣਗੀਆਂ ਕਿਹਨਾਂ ਨੂੰ, ਵੂਮੈਨਸ ਨੂੰ। ਕਿਹੜੀਆਂ ਵੂਮੈਨਸ ਨੂੰ, ਜਿਹੜੀਆਂ ਬਿਲੋਂਗ ਕਰਦੀਆਂ SC ਕਾਸਟ ਨੂੰ, ST ਕਾਸਟ ਨੂੰ, SC ਕਾਸਟ ਨੂੰ ਅਤੇ ST ਸ਼ਡਿਊਲਡ ਕਾਸਟ ਅਤੇ ਸ਼ਡਿਊਲਡ ਟਰਾਈਬਸ ਵਾਲੀ ਜਿਹੜੀਆਂ ਵੂਮੈਨਸ ਨੇ, ਠੀਕ ਹੈ। ਟੋਟਲ ਸੀਟਸ 'ਚੋਂ 1/3 ਜਿਹੜੀਆਂ ਉਹਨਾਂ ਲਈ ਰਿਜ਼ਰਵ ਰੱਖੀਆਂ ਜਾਣਗੀਆਂ, ਕਾਹਦੇ ਵਿੱਚ, ਪੰਚਾਇਤ ਦੀਆਂ ਜਿਹੜੀਆਂ ਇਲੈਕਸ਼ਨਸ ਨੇ। ਸੱਚ ਸੀਟਸ ਟੂ ਬੀ ਅਲੋਟਡ ਬਾਈ ਰੋਟੇਸ਼ਨ ਟੂ ਡਿਫਰੈਂਟ ਕੌਂਸਟੀਟੂਐਂਸੀਜ਼ ਇਨ ਆ ਪੰਚਾਇਤ। ਅੱਗੇ ਆ ਗਿਆ ਜੀ ਆਰਟੀਕਲ 243D ਸਬ ਕਲੌਜ਼ 4, not less than 1/3 of the total number of offices of chairperson
in the panchayat at each level to be reserved for women। मीनस हर पद्धर ते पंचायत ਦੇ ਵਿੱਚ ਜਿਹੜੇ ਚੇਅਰਪਰਸਨ ਦਾ ਅਹੁਦਾ ਹੁੰਦਾ ਨਾ ਕਿ ਉਹਦੇ ਲਈ ਵਿੱਚ ਜਿਹੜੀਆਂ ਔਰਤਾਂ ਦੇ ਲਈ ਜਿਹੜੀਆਂ ਸੀਟਸ ਆ ਉਹ ਕੀ ਕੀਤੀਆਂ ਜਾਣਗੀਆਂ, ਰਿਜ਼ਰਵ ਕੀਤੀਆਂ ਜਾਣਗੀਆਂ, ਰਾਖਵੀਆਂ ਰੱਖੀਆਂ ਜਾਣਗੀਆਂ। 1/3 ਤੋਂ ਘੱਟ ਨਹੀਂ, ਨੋਟ ਲੈਸ ਦੈਨ 1/3, ਜਿੰਨੀਆਂ ਟੋਟਲ ਜਿਹੜੀਆਂ ਹੈਗੀਆਂ ਸੀਟਸ ਉਹ ਤੋਂ 1/3 ਤੋਂ ਘੱਟ ਨਾ ਹੋਣ, ਠੀਕ ਹੈ, ਰਿਜ਼ਰਵ ਰੱਖੀਆਂ ਜਾਣਗੀਆਂ। ਕਾਹਦੇ 'ਚ? ਪੰਚਾਇਤ ਵਿੱਚ ਜਿਹੜੇ ਚੇਅਰਪਰਸਨ ਦਾ ਅਹੁਦਾ ਹੁੰਦਾ ਉਹਦੇ ਲਈ। ਉਮੀਦ ਹੈ ਇੰਨਾ ਕੁ ਸਮਝ ਲੱਗ ਗਿਆ ਹੋਣਾ, ਠੀਕ ਹੈ। ਬਹੁਤ ਹੀ ਇੰਟਰਸਟਿੰਗ ਜਿਹਾ ਟੌਪਿਕ ਹੈ, ਕਿਉਂਕਿ ਡੇਲੀ ਲਾਈਫ ਦੇ ਵਿੱਚ ਦੇਖੋ ਆਪਾਂ ਸਾਰਾ ਕੁਛ ਦੇਖਦੇ ਹਾਂ। ਜਿਵੇਂ ਵੋਟਾਂ 'ਚ ਵੀ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਪਤਾ ਹੁੰਦਾ ਕਿਸੇ ਏਰੀਏ ਦੇ ਵਿੱਚੋਂ, ਚਾਹੇ ਪੰਚਾਇਤ ਦੀਆਂ ਵੋਟਾਂ ਨੇ, ਚਾਹੇ ਆਪਣੇ ਸਟੇਟ ਲੈਵਲ ਦੀਆਂ ਵੋਟਾਂ ਨੇ, ਆਪਾਂ ਨੂੰ ਪਤਾ ਹੁੰਦਾ ਵੀ ਜਿਹੜੀਆਂ ਵੂਮੈਨ ਖੜੀ ਹੈ ਕਿ ਉਹ ਰਿਜ਼ਰਵ ਹੈ ਵੂਮੈਨ ਲਈ, ਜਾਂ ਇਹ ਕਾਸਟ ਲਈ ਰਿਜ਼ਰਵ ਹੈ। ਇਹ ਸਾਰਾ ਕੁਛ ਜਿਹੜੇ ਆਰਟੀਕਲ ਹੈ ਨਾ ਇਹਨਾਂ ਦੇ ਅਕੋਰਡਿੰਗ ਹੁੰਦਾ। ਦੇਖੋ ਇਹ ਤਾਂ ਰਿਜ਼ਰਵ ਕੀਤੀਆਂ ਗਈਆਂ ਨੇ ਵੂਮੈਨਸ ਲਈ, ਕਿਉਂਕਿ ਅਦਰਵਾਈਜ਼ ਤਾਂ ਫਿਰ ਮੈਨ ਹੀ ਉੱਥੇ ਖੜਨਗੇ। ਵੂਮੈਨ ਨੂੰ ਤਾਂ ਕੋਈ ਮਤਲਬ, ਅਗਰ ਇੱਕ ਵੂਮੈਨ ਖੜੂਗੀ ਤਾਂ ਉਹ ਕਹਿੰਦੇ ਵੀ ਉਹਦੇ ਹੱਕਾਂ ਲਈ ਵੀ ਲੜੂਗੀ, ਹੈ ਨਾ, ਇਹਦਾ ਇਹ ਮਤਲਬ ਹੈ। ਤਾਂ ਇਹ ਜਿਹੜੀਆਂ ਵੂਮੈਨ ਨੂੰ ਉੱਚਾ ਚੁੱਕਣ ਵਾਸਤੇ, ਉਹਨਾਂ ਦਾ ਮਤਲਬ ਸੁਸਾਇਟੀ ਦੇ ਵਿੱਚ ਵੀ ਉਹਨਾਂ ਨੂੰ ਵੀ ਕੋਈ ਅੱਛਾ ਸਟੇਟਸ ਮਿਲੇ, ਉਹਦੇ ਵਾਸਤੇ ਜਿਹੜਾ ਇਹ ਸਭ ਕੁਛ ਆਰਟੀਕਲਸ ਜਿਹੜੇ ਬਣਾਏ ਗਏ ਨੇ। ਅੱਗੇ ਆ ਗਿਆ ਜੀ 14 ਨੰਬਰ 'ਤੇ ਅਸੀਂ ਪੜ੍ਹਾਂਗੇ ਆਰਟੀਕਲ 243 T3 T sub clause 3, not less than 1/3 including the number of seats reserved for women belonging to the SC and ST of the total numbers of seats to be filled by direct election in every municipality to be reserved for women, and such seats to be allotted by rotation to different constituencies in a municipality। ਇਹਦੇ ਵਿੱਚ 243 T3 'ਚ ਕੀ ਕਿਹਾ ਵੀ ਸੇਮ ਉਵੇਂ ਹੀ ਹੈ ਜਿਵੇਂ 'ਚ ਪੰਚਾਇਤ ਵਾਲੇ 'ਚ ਸੀ ਵੀ 1/3 ਤੋਂ ਘੱਟ ਨਹੀਂ ਹੋਣੀਆਂ ਚਾਹੀਦੀਆਂ। ਫਿਰ ਚੇਅਰਪਰਸਨ ਦੀ ਲਈ, ਚੇਅਰਪਰਸਨ ਦੇ ਉਹਦੇ ਲਈ ਸੀ ਪੰਚਾਇਤ 'ਚ ਕਿ 1/3 ਤੋਂ ਘੱਟ ਨਹੀਂ। ਉਵੇਂ ਕਿ 1/3 ਤੋਂ ਜਿੰਨੀਆਂ ਟੋਟਲ ਨੰਬਰ ਆਫ ਸੀਟਸ ਨੇ ਉਹਦੇ ਵਿੱਚੋਂ 1/3 ਤੋਂ ਘੱਟ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, 1/3 ਰਿਜ਼ਰਵ ਕਰਨੀਆਂ ਨੇ ਵੂਮੈਨਸ ਲਈ ਜਿਹੜੀਆਂ ਬਿਲੋਂਗ ਕਰਦੀਆਂ SC ਐਂਡ ST ਕਾਸਟ ਨੂੰ, ਠੀਕ ਹੈ। ਟੋਟਲ ਨੰਬਰ ਆਫ ਸੀਟਸ ਜਿੰਨੀਆਂ ਹੈਗੀਆਂ ਨੇ ਕਾਹਦੇ ਵਿੱਚ? ਇਨ ਐਵਰੀ ਮਿਊਨਿਸਪੈਲਿਟੀ ਟੂ ਬੀ ਰਿਜ਼ਰਵਡ ਫਾਰ ਵੂਮੈਨ। ਮਿਊਨਿਸਪੈਲਿਟੀ ਦੀਆਂ ਜਿਹੜੀਆਂ ਵੋਟਾਂ ਹੁੰਦੀਆਂ ਨੇ, ਠੀਕ ਹੈ। ਅਤੇ ਜਿਹੜੀਆਂ ਇਹ ਕੀ ਕਰਨੀਆਂ ਨੇ, ਰੋਟੇਸ਼ਨ ਦੁਆਰਾ ਜਿਹੜੀਆਂ ਅਲੋਟ ਕੀਤੀਆਂ ਜਾਣੀਆਂ। ਸੇਮ ਜੇ ਪੁਆਇੰਟ ਨੇ, ਕਨਫਿਊਜ਼ ਨਾ ਹੋ ਜਿਓ, ਠੀਕ ਹੈ। ਆਰਟੀਕਲ 243 ਹੁਣ ਇਕੱਲਾ ਆ ਗਿਆ ਜੀ ਸਾਡੇ ਕੋਲ। ਆਰਟੀਕਲ 243 ਹੈ reservation of office of chairperson in municipalities for the SC, the ST and women in such manner as the legislature of a state may by law provide। chairperson ਦੀ ਉਹਦੇ ਵਾਸਤੇ ਮਿਊਨਿਸਪੈਲਿਟੀ ਦੇ ਵਿੱਚ ਵੀ ਜਿਹੜੀਆਂ ਕੀ ਕੀਤੀ ਜਾਊਗੀ, ਰਿਜ਼ਰਵੇਸ਼ਨ ਹੋਊਗੀ, ਠੀਕ ਹੈ ਜੀ। ਅੱਗੇ ਆ ਗਿਆ ਨੈਕਸਟ ਸਾਡੇ ਕੋਲ 15 ਆਰਟੀਕਲ, ਟੋਟਲ ਮਤਲਬ ਕਿ 15 ਆਰਟੀਕਲ ਸੀ, ਠੀਕ ਹੈ, ਜਿਹੜੇ ਆਪਾਂ ਨੇ ਡਿਸਕਸ ਕੀਤੇ ਨੇ, ਜਿਹੜੇ ਵੂਮੈਨ ਦੇ ਰਿਲੇਟਡ ਸੀ, ਠੀਕ ਹੈ। ਹੁਣ ਅੱਗੇ ਸਪੈਸ਼ਲ ਲੈਜਿਸਲੇਸ਼ਨਸ ਫਾਰ ਵੂਮੈਨ ਇਨ ਇੰਡੀਆ, ਜਿਹੜੇ ਸਪੈਸ਼ਲ ਐਕਟ ਬਣੇ ਸੀ ਕੋਈ ਵੂਮੈਨਸ ਨੂੰ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ, ਜਿਵੇਂ ਵੀ ਹੈਗੇ ਨੇ ਉਹਨਾਂ ਬਾਰੇ ਜਿਹੜਾ ਆਪਾਂ ਡਿਸਕਸ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ। ਮੈਂ ਜਿੰਨਾ ਵੀ ਮਤਲਬ ਆਪਣੇ ਕੋਲ ਬਣਦਾ ਜਿਹੜਾ ਟੌਪਿਕ ਆਪਣੇ ਕੋਲ ਹੈਗਾ ਕੌਨਸਟੀਟਿਊਸ਼ਨਲ ਪ੍ਰੋਵੀਜ਼ਨਸ ਫਾਰ ਵੂਮੈਨ ਵਾਲਾ ਨਾ, ਉਹ 'ਚ ਕਵਰ ਹੋ ਜਾਊਗਾ। ਇੱਕ ਵੀਡੀਓ 'ਚ ਮੈਂ ਕਵਰ ਕਰਤਾ। ਸਭ ਤੋਂ ਪਹਿਲਾਂ ਹੈਗਾ ਜੀ ਹਿੰਦੂ ਸਕਸੈਸ਼ਨ ਐਕਟ 1956। ਇਹਦੇ ਵਿੱਚ ਕੀ ਸੀ ਕਿ ਇਨਹੈਰੀਟੈਂਸ ਥਰੂ ਜਿਹੜਾ ਵੂਮੈਨ ਨੂੰ ਪੇਰੈਂਟਸ ਦੀ ਪ੍ਰੋਪਰਟੀ ਦਾ ਅਧਿਕਾਰ ਹੈ, ਠੀਕ ਹੈ। ਕਿਹੜੇ ਐਕਟ ਦੇ ਥਰੂ ਆਇਆ ਇਹ? 1956 ਦੇ। ਜਿੰਨਾ ਕੁ ਮੈਂ ਤੁਹਾਨੂੰ ਬੋਲ ਕੇ ਦੱਸ ਰਹੀ ਹਾਂ, ਆਪਣਾ ਓਨਾ ਕੁ ਤੁਸੀਂ ਨੋਟ ਕਰ ਸਕਦੇ ਹੋ। ਜਿਹੜਾ ਕੁਛ ਮੈਂ ਬੋਲ ਰਹੀ ਹਾਂ ਆਪਣੀ ਵਰਡਿੰਗ 'ਚ ਨੋਟ ਕਰ ਲਓ। ਕਿਹੜੇ ਈਅਰ 'ਚ ਇਹ ਐਕਟ ਆਇਆ, ਨਾਮ ਕੀ ਆ ਉਹਦਾ, ਕਾਹਦੇ ਬਾਰੇ ਐਕਟ ਸੀ। ਬਾਕੀ ਅਗਰ ਇਸ ਤੋਂ ਵੀ ਤੁਸੀਂ ਡਿਟੇਲ 'ਚ ਜਾਣਨਾ ਚਾਹੁੰਦੇ ਹੋ ਨਾ, ਤਾਂ YouTube 'ਤੇ ਤੁਸੀਂ ਆਪਣਾ ਸਰਚ ਕਰ ਸਕਦੇ ਹੋ, ਗੂਗਲ 'ਤੇ ਸਰਚ ਕਰਦੇ ਹੋ, ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਮਿਲ ਜਾਣਗੀਆਂ ਜਿਹਦੇ ਵਿੱਚ ਮਤਲਬ ਡਿਟੇਲ ਦੇ ਵਿੱਚ ਟੌਪਿਕ ਜਿਹੜਾ ਇਹ ਹੈਗਾ ਐਕਟ ਬਾਰੇ ਪੜ੍ਹਾਇਆ ਗਿਆ। ਤਾਂ ਹਿੰਦੂ ਸਕਸੈਸ਼ਨ ਐਕਟ ਦੇ ਵਿੱਚ ਇਹੀ ਸੀ
ਵੀ ਜਿਹੜੀਆਂ ਵੂਮੈਨਸ ਨੇ ਉਹ ਵੀ ਆਪਣੇ ਜਿਹੜੇ ਜਿਵੇਂ ਆਪਾਂ ਨੂੰ ਪਤਾ ਵੀ ਜਦੋਂ ਡੈਥ ਤੋਂ ਬਾਅਦ ਜਿਵੇਂ ਹੈ ਨਾ ਪੇਰੈਂਟਸ ਦੀ ਜਿਹੜੀ ਪ੍ਰੋਪਰਟੀ ਹੈ ਮੀਨਸ ਅਗਰ ਜਿਹੜੇ ਬॉयਜ਼ ਨੇ ਉਹਨਾਂ ਨੂੰ ਅਧਿਕਾਰ ਹੈ ਤਾਂ ਗਰਲਸ ਨੂੰ ਵੀ ਜਿਹੜਾ ਇਕੁਅਲ ਅਧਿਕਾਰ ਹੈ ਇਨਹੈਰੀਟੈਂਸ ਥਰੂ। ਕਲੀਅਰ ਹੈ। ਅੱਗੇ ਆ ਗਿਆ ਜੀ ਹਿੰਦੂ ਐਡੋਪਸ਼ਨ ਐਂਡ ਮੇਨਟੇਨੈਂਸ ਐਕਟ 1956। ਠੀਕ ਹੈ, ਐਡੋਪਸ਼ਨ ਐਕਟ ਸੀ ਇਹ। ਅੱਗੇ ਡੋਰੀ ਪ੍ਰੋਵੀਜ਼ਨ ਐਕਟ ਸੀ, ਇਹ 1961 'ਚ ਆਇਆ 1961 ਦੇ ਵਿੱਚ। ਐਕਟ ਦੇ ਵਿੱਚ ਕੀ ਸੀ ਕਿ ਦੇਖੋ ਡੋਰੀ ਵਰਡ ਤੋਂ ਤੁਹਾਨੂੰ ਸਮਝ ਲੱਗ ਗਿਆ ਹੋਣਾ ਕਿ ਜਿਹੜੇ ਲੋਕ ਦਾਜ ਮੰਗਦੇ ਨੇ, ਠੀਕ ਹੈ, ਤਾਂ ਕਿਹੜੇ ਕਿਹੜੇ ਪ੍ਰੋਵੀਜ਼ਨ ਦਿੱਤੇ ਜਾਣਗੇ, ਕੀ ਐਕਸ਼ਨ ਲਏ ਜਾਣਗੇ ਵੀ ਅਗਰ ਕੋਈ ਦਾਜ ਮੰਗਦਾ, ਠੀਕ ਹੈ, ਤਾਂ ਉਹਦੇ ਰਿਗਾਰਡਿੰਗ ਕੀ ਐਕਸ਼ਨ ਹੋਣਗੇ। ਅਤੇ ਅਗਰ ਮਤਲਬ ਕਿ ਜਿਹੜੀ ਉਹ ਕੁੜੀ ਹੈ ਉਹ ਤੋਂ ਦਾਜ ਮੰਗਦਿਆਂ ਨੂੰ ਕੁੱਟਮਾਰ ਕਰਦਿਆਂ ਦਾਜ ਦੇ ਰਿਗਾਰਡਿੰਗ, ਤਾਂ ਜਿਹੜੇ ਉਹਦਾ ਸਹੁਰਾ ਪਰਿਵਾਰ ਹੈ, ਠੀਕ ਹੈ, ਉਹਦੇ 'ਤੇ ਕੀ ਐਕਸ਼ਨ ਲਏ ਜਾਣਗੇ, ਉਹ ਸਾਰਾ ਕੁਛ ਇਸ ਐਕਟ ਦੇ ਥਰੂ ਸੀ। ਦ ਮੈਟਰਨਿਟੀ ਬੈਨੀਫਿਟ ਐਕਟ 1961 ਵੈਸੇ ਆਪਾਂ ਡਿਸਕਸ ਵੀ ਕਰ ਚੁੱਕੇ ਹਾਂ। ਅਲੱਗ ਤੋਂ ਮੈਟਰਨਿਟੀ ਬੈਨੀਫਿਟ ਐਕਟ ਸੀ ਜਿਹਦੇ ਵਿੱਚ ਵਰਕਿੰਗ ਵੂਮੈਨਸ ਲਈ ਜਿਹੜੀ ਉਹਨਾਂ ਨੂੰ ਮਤਲਬ ਕਿ ਮੈਟਰਨਿਟੀ ਲੀਵ ਦਿੱਤੀ ਜਾਊਗੀ, ਸੈਲਰੀ ਨਹੀਂ ਕੱਟਣੀ, ਠੀਕ ਹੈ, ਸੇਮ ਉਹੀ ਜੋਬ ਤੋਂ ਨਹੀਂ ਹਟਾਉਣਾ। ਇਸ ਐਕਟ ਰਾਹੀਂ ਜਿਹੜੇ ਸਾਰੇ ਉਹਨਾਂ ਨੂੰ ਪ੍ਰੋਵੀਜ਼ਨਸ ਦਿੱਤੇ ਗਏ। ਅੱਗੇ ਆ ਗਿਆ ਜੀ ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ 1986। 1986 ਦੇ ਵਿੱਚ ਜਿਹੜਾ ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ ਆਇਆ ਸੀ, ਮੀਨਸ ਕਿ ਔਰਤਾਂ ਨੂੰ ਜਿਹੜਾ ਖਰੀਦਦੇ ਵੇਚ ਨਹੀਂ ਸਕਦੇ, ਠੀਕ ਹੈ, ਉਹਨਾਂ ਨੂੰ ਰੋਕਣ ਦੇ ਵਾਸਤੇ ਜਿਹੜਾ ਇਹ ਐਕਟ ਬਣਾਇਆ ਗਿਆ ਸੀ। ਮੀਨਸ ਜਿੰਨੇ ਵੀ ਐਕਟ ਨੇ ਨਾ ਇਹਦੇ ਤਹਿਤ ਜਿਵੇਂ ਸਜ਼ਾ ਹੁੰਦੀ ਆ ਵੀ ਅਗਰ ਕੋਈ ਐਵੇਂ ਕਰਦਾ ਹੈ ਤਾਂ ਉਹਨੂੰ ਇਸ ਐਕਟ ਦੇ ਤਹਿਤ ਇੰਨੀ ਸਜ਼ਾ ਮਿਲੂਗੀ, ਇੰਨਾ ਜੁਰਮਾਨਾ ਉਹ ਹੋਊਗਾ, ਉਹ ਸਾਰਾ ਕੁਛ। 6 ਨੰਬਰ 'ਤੇ ਹੈਗਾ ਜੀ ਸਾਡੇ ਕੋਲ ਮੁਸਲਿਮ ਵੂਮੈਨ ਪ੍ਰੋਟੈਕਸ਼ਨ ਆਫ ਰਾਈਟਸ ਔਨ ਡਿਵੋਰਸ ਐਕਟ 1986। ਜਿਹੜੀਆਂ ਮੁਸਲਿਮ ਵੂਮੈਨ ਸੀ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜਾ ਇਹ ਐਕਟ ਬਣਾਇਆ ਗਿਆ ਸੀ। ਇਹ ਉਹਨਾਂ ਵੂਮੈਨਸ ਲਈ ਸੀ ਜਿਨ੍ਹਾਂ ਨੇ ਜਾਂ ਤਾਂ ਮਤਲਬ ਕਿ ਇਹ ਕਹਿ ਸਕਦੇ ਹਾਂ ਵੀ ਉਹਨਾਂ ਦੇ ਹਸਬੈਂਡ ਨੇ ਉਹਨਾਂ ਨੂੰ ਤਲਾਕ ਦੇ ਦਿੱਤਾ ਜਾਂ ਫਿਰ ਉਹਨਾਂ ਨੇ ਆਪਣੇ ਹਸਬੈਂਡ ਤੋਂ ਤਲਾਕ ਲੈ ਲਿਆ, ਠੀਕ ਹੈ। ਜਿਹੜਾ ਇਹ ਐਕਟ ਸੀ ਕਹਿੰਦੇ ਬਾਕੀ ਮਤਲਬ ਕਿ ਸਾਰੇ ਇੰਡੀਆ ਦੇ ਵਿੱਚ ਜਿਹੜਾ ਨੂੰ ਸਪਰੈਡ ਕੀਤਾ ਗਿਆ, ਇਕੱਲੇ ਜੰਮੂ ਅਤੇ ਕਸ਼ਮੀਰ ਤੋਂ ਬਿਨਾਂ। ਇਹ ਚੀਜ਼ ਵੀ ਵੈਰੀ ਵੈਰੀ ਇੰਪੋਰਟੈਂਟ ਹੈ, ਇੱਥੋਂ ਇੱਕ ਕੁਐਸਚਨ ਬਣ ਸਕਦਾ ਹੈ ਕਿੰਨੇ 'ਚ ਆਇਆ ਅਤੇ ਕਿਹੜਾ ਜਿਹੜਾ ਆਪਾਂ ਕਹਿ ਸਕਦੇ ਵੀ ਸਟੇਟ ਜਿਹੜੀ ਨਹੀਂ ਕਵਰ ਕੀਤੀ ਗਈ ਇਹਦੇ ਅੰਡਰ। 7th ਪੁਆਇੰਟ ਹੈਗਾ ਜੀ ਦ ਇਨਡੀਸੈਂਟ ਰਿਪਰੈਜ਼ੈਂਟੇਸ਼ਨ ਆਫ ਵੂਮੈਨ ਪ੍ਰੋਵੀਜ਼ਨ ਐਕਟ 1986। ਮੀਨਸ ਕਿ ਔਰਤਾਂ ਨੂੰ ਗਲਤ ਤਰੀਕੇ ਨਾਲ ਨਹੀਂ ਪੇਸ਼ ਕਰੋਗੇ, ਠੀਕ ਹੈ। ਅਗਰ ਕੋਈ ਔਰਤ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦਾ ਤਾਂ ਉਹਦੇ ਰਿਗਾਰਡਿੰਗ ਜਿਹੜਾ ਇਹ ਐਕਟ ਆਇਆ ਸੀ ਉਸ ਨੂੰ ਰੋਕਣ ਦੇ ਲਈ ਜਿਹੜਾ ਇਹ ਦ ਇਨਡੀਸੈਂਟ ਰਿਪਰੈਜ਼ੈਂਟੇਸ਼ਨ ਆਫ ਵੂਮੈਨ ਪ੍ਰੋਵੀਜ਼ਨ ਐਕਟ 1986 ਸੀ। ਅੱਗੇ ਸਾਡੇ ਕੋਲ ਆ ਗਿਆ ਜੀ 8th ਨੰਬਰ 'ਤੇ ਹੈ ਦ ਕਮਿਸ਼ਨ ਆਫ ਸਤੀ ਪ੍ਰੀਵੈਂਸ਼ਨ ਐਕਟ 1987। ਸਤੀ ਵਰਡ ਤੋਂ ਹੀ ਸਮਝ ਲੱਗ ਗਿਆ ਹੋਣਾ ਤੁਹਾਨੂੰ। ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ ਵੀ ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ ਹੈ ਨਾ, ਤਾਂ ਮਤਲਬ ਕਿ ਉਹਨੂੰ ਵੀ ਸਤੀ ਹੋਣਾ ਪੈਂਦਾ ਸੀ, ਮਤਲਬ ਕਿ ਉਹ ਜਲਦੀ ਅੱਗ 'ਚੋਂ ਛਾਲ ਮਾਰ ਦਿੰਦੀ ਸੀ, ਠੀਕ ਹੈ, ਜਿਹਨੂੰ ਆਪਾਂ ਸਤੀ ਪ੍ਰਥਾ ਬਾਰੇ ਪੜ੍ਹਿਆ ਹੋਣਾ ਤੁਸੀਂ ਬਹੁਤ ਡਿਟੇਲ 'ਚ। ਤਾਂ ਉਹਦੇ ਰਿਗਾਰਡਿੰਗ ਸਤੀ ਨੂੰ ਉਹਨੂੰ ਪ੍ਰੀਵੈਂਟ ਕਰਨ ਦੇ ਲਈ ਜਿਹੜਾ ਐਕਟ ਆਇਆ ਸੀ 1987 'ਚ। ਵੈਸੇ ਦੇਖੋ ਮੈਨੂੰ ਤਾਂ ਲੱਗਦਾ ਨਹੀਂ ਵੀ ਹੋਣਾ ਕਿਤੇ ਐਵੇਂ ਦਾ ਕੁਛ ਹੁੰਦਾ ਹੋ, ਪਰ ਕਹਿੰਦੇ ਅਗਰ ਫਿਰ ਵੀ ਕਿਸੇ ਏਰੀਏ 'ਚ ਜਿਹੜੇ ਬਹੁਤ ਹੀ ਬੈਕਵਰਡ ਏਰੀਆਜ਼ ਨੇ, ਠੀਕ ਹੈ, ਅਗਰ ਉੱਥੇ ਐਵੇਂ ਦਾ ਕੁਛ ਦੇਖਣ ਨੂੰ ਮਿਲਦਾ ਤਾਂ ਉਹਦੇ ਲਈ ਜਿਹੜਾ ਐਕਟ ਬਹੁਤ ਬੈਨੀਫਿਟ ਹੈ ਇਹ ਐਕਟ ਦਾ, ਠੀਕ ਹੈ। ਅੱਗੇ ਨੰਬਰ 9 'ਤੇ ਸਾਡੇ ਕੋਲ ਆ ਗਿਆ ਜੀ ਦ ਸੈਕਸ਼ੂਅਲ ਹੈਰਾਸਮੈਂਟ ਆਫ ਵੂਮੈਨ ਐਟ ਵਰਕ ਪਲੇਸ ਪ੍ਰੀਵੈਂਸ਼ਨ ਪ੍ਰੋਵੀਜ਼ਨ ਐਂਡ ਰਿਡਰੈਸਲ ਐਕਟ 2013, ਠੀਕ ਹੈ। ਜਿਹੜਾ ਇਹ ਐਕਟ ਸੀ ਵੀ ਜਿਵੇਂ ਜਿੱਥੇ ਵੀ ਕੰਮ ਕਰਦੀਆਂ ਨੇ ਵੂਮੈਨਸ, ਅਗਰ ਉਹਨਾਂ ਨੂੰ ਉੱਥੇ ਮਤਲਬ ਕਿ ਸੈਕਸ਼ੂਅਲ ਹੈਰਾਸਮੈਂਟ ਹੋ ਰਹੀ ਹੈ ਕਿਸੇ ਹੋਰ ਉਹਨਾਂ ਦੇ ਕੁਲੀਗ ਦੁਆਰਾ ਜਾਂ ਫਿਰ ਬੌਸ ਦੁਆਰਾ ਜਾਂ ਕੋਈ ਵੀ ਜਿਹੜੇ ਉੱਥੇ ਕੰਮ ਕਰਦੇ ਆ ਉਹਨਾਂ ਦੁਆਰਾ, ਤਾਂ ਉਹਨਾਂ ਤੋਂ ਮਤਲਬ ਕਿ ਬਚਾਉਣ ਦੇ ਲਈ ਪ੍ਰੀਵੈਂਸ਼ਨ ਵਾਸਤੇ ਜਿਹੜਾ ਇਹ ਐਕਟ ਆਇਆ ਸੀ 2013। ਇਹਦੇ ਤਹਿਤ ਜਿਹੜੀਆਂ ਮਤਲਬ ਕਿ ਉਹ ਵੂਮੈਨਸ ਨੇ ਉਹ ਮਤਲਬ ਆਪਣਾ ਉੱਥੇ ਕੇਸ ਹਾਇਰ ਕਰ ਸਕਦੀਆਂ ਨੇ। ਇੱਕ ਤਰੀਕੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਦੇ ਵਿੱਚ ਜਿਹੜੀ ਵੂਮੈਨ ਦੀ ਗੱਲ ਸੁਣੀ ਜਾਂਦੀ ਹੈ ਐਕਟ 2013 ਦੇ ਤਹਿਤ। 10 ਨੰਬਰ 'ਤੇ ਸਾਡੇ ਕੋਲ ਹੈਗਾ ਜੀ ਦ ਕ੍ਰਿਮੀਨਲ ਲਾਅ ਅਮੈਂਡਮੈਂਟ ਐਕਟ 2013, ਠੀਕ ਹੈ। ਜਿਹੜਾ ਨਿਰਭਇਆ ਕੇਸ ਹੋਇਆ ਸੀ
ਉਦੋਂ ਜਿਹੜੀ ਇਹ ਅਮੈਂਡਮੈਂਟ ਹੋਈ ਸੀ ਦਾ ਕ੍ਰਿਮੀਨਲ ਲਾਅ ਐਕਟ 2013, ਉਹ ਤੋਂ ਬਾਅਦ ਜਿਹੜੀ ਹੋਰ ਅਮੈਂਡਮੈਂਟ ਇੱਕ ਵਾਰੀ ਹੋ ਚੁੱਕੀ ਹੈ ਇਹਦੇ 'ਚ ਦਾ ਕ੍ਰਿਮੀਨਲ ਲਾਅ 2018 ਵੀ ਹੈ। ਇਹਨੂੰ ਵੀ ਅਗਰ ਡਿਟੇਲ 'ਚ ਪੜ੍ਹਨਾ ਚਾਹੁੰਦੇ ਹੋ ਪੜ੍ਹ ਸਕਦੇ ਹੋ, ਅਦਰਵਾਈਜ਼ ਤੁਹਾਡੇ ਲਈ ਸਫੀਸ਼ੀਐਂਟ ਹੈ ਵੀ ਜਿਹੜਾ ਕ੍ਰਿਮੀਨਲ ਲਾਅ ਸੀ ਇਹਦੀ ਅਮੈਂਡਮੈਂਟ ਜਿਹੜਾ ਐਕਟ 2013 ਸੀ, ਦੈਨ ਨਾਓ 2018 ਵੀ ਜਿਹੜਾ ਬਣਿਆ। ਜਿਹੜਾ ਐਕਟ 2013 ਸੀ ਉਹ ਨਿਰਭਇਆ ਕੇਸ ਤੋਂ ਬਾਅਦ ਜਿਹੜਾ ਬਣਿਆ ਸੀ। ਮੈਨੀ ਮੋਰ ਐਕਟਸ ਨੇ, ਫੈਕਟਰੀਜ਼ ਐਕਟ 1948, IPC 1860, ਇੰਡੀਅਨ ਐਵੀਡੈਂਸ ਐਕਟ 1872, CRPC 1973। ਇਹ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਐਕਟਸ ਨੇ, ਬਟ ਜਿੰਨੇ ਵੀ ਤੁਹਾਡੇ ਨਾਲ ਡਿਸਕਸ ਕੀਤੇ ਨੇ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਜ਼ਰੂਰ ਦੇਖਣ ਨੂੰ ਮਿਲੂਗਾ। ਕਲੀਅਰ ਹੈ ਜੀ। ਲਾਸਟ 'ਤੇ ਆਪਾਂ ਡਿਸਕਸ ਕਰਦੇ ਹਾਂ ਜੀ ਨੈਸ਼ਨਲ ਕਮਿਸ਼ਨ ਫਾਰ ਵੂਮੈਨ, NCW. The NCW is the statutory body of the Government of India, generally concerned with advising the government on all policy matters affecting women. ਪਹਿਲਾਂ ਨਾ ਇੱਥੇ ਮੈਂ ਮਤਲਬ ਕਿ ਨੋਟ ਕਰਨ ਤੋਂ ਰਹਿ ਗਿਆ, ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦੀ ਹਾਂ, ਤੁਸੀਂ ਲਿਖ ਸਕਦੇ ਹੋ ਵੀ ਜਿਹੜਾ ਨੈਸ਼ਨਲ ਕਮਿਸ਼ਨ ਫਾਰ ਵੂਮੈਨ NCW ਹੈ ਕਦੋਂ ਸਟੈਬਲਿਸ਼ ਕੀਤਾ ਗਿਆ? ਇਹ 31 ਜਨਵਰੀ 1992, 31 ਜਨਵਰੀ 1992 ਨੂੰ ਜਿਹੜਾ ਇਹ ਕਮਿਸ਼ਨ ਐਸਟੈਬਲਿਸ਼ ਕੀਤਾ ਗਿਆ ਅੰਡਰ ਦ ਪ੍ਰੋਵੀਜ਼ਨ ਆਫ ਦ ਇੰਡੀਅਨ ਕੌਨਸਟੀਟਿਊਸ਼ਨ। ਠੀਕ ਹੈ, ਇਟ ਵਾਜ਼ ਐਸਟੈਬਲਿਸ਼ਡ ਔਨ 31 ਜਨਵਰੀ 1992 ਅੰਡਰ ਦ ਪ੍ਰੋਵੀਜ਼ਨ ਆਫ ਦ ਇੰਡੀਅਨ ਕੌਨਸਟੀਟਿਊਸ਼ਨ। ਇਹ ਚੀਜ਼ ਆਪਣਾ ਨੋਟ ਕਰ ਲਿਓ। ਹੁਣ ਇਹ ਹੈਗਾ ਕੀ ਸੀ NCW? NCW ਕੀ ਸੀ? ਇਹ ਜਿਹੜਾ ਮਤਲਬ ਕਿ ਗੌਰਮੈਂਟ ਆਫ ਇੰਡੀਆ ਦੁਆਰਾ ਜਿਹੜਾ ਚਲਾਇਆ ਗਿਆ, ਵੈਸੇ ਇੰਟਰਨੈਸ਼ਨਲ ਲੈਵਲ 'ਤੇ ਵੀ ਹੈਗਾ, ਅਤੇ ਆਪਾਂ ਇੱਥੇ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਇਹਦਾ ਮੇਨ ਮੋਟਿਵ ਕੀ ਸੀ ਕਿ ਵੂਮੈਨ ਨੂੰ ਇੰਪਾਵਰ ਕਰਨ ਦੇ ਲਈ, ਅਨਿਆਏ ਨੂੰ ਰੋਕਣ ਦੇ ਲਈ, ਉਹਨਾਂ ਦੀ ਸੇਫਟੀ ਦੇ ਲਈ ਜਿਹੜਾ ਇਹ ਕਮਿਸ਼ਨ ਆਇਆ ਸੀ। ਠੀਕ ਹੈ, ਮਤਲਬ ਇੰਟਰਨੈਸ਼ਨਲ, ਮੈਂ ਤੁਹਾਨੂੰ ਪਹਿਲਾਂ ਦੱਸਿਆ ਇੰਟਰਨੈਸ਼ਨਲ ਲੈਵਲ 'ਤੇ ਜ਼ਰੂਰ ਹੈਗਾ, ਉਹਦੇ ਵਿੱਚ ਵੀ ਸੇਮ ਉਹੀ ਹੈ, ਵੂਮੈਨ ਨੂੰ ਇੰਪਾਵਰ ਕਰਨ ਦੇ ਲਈ। ਠੀਕ ਹੈ, ਵੂਮੈਨਸ ਨੂੰ ਇੰਪਾਵਰ ਕਰਨ ਦੇ ਲਈ ਮੀਨਸ ਕਿ ਇਹ ਕੀ ਕਰਦਾ ਸੀ, ਜਨਰਲੀ ਕੰਸਰਨਡ ਵਿਦ ਐਡਵਾਈਜ਼ਿੰਗ ਦਾ ਗਵਰਨਮੈਂਟ ਐਂਡ ਆਲ ਪੋਲਿਸੀ ਮੈਟਰਸ ਅਫੈਕਟਿੰਗ ਵੂਮੈਨ। ਜਿਹੜੀਆਂ ਗਵਰਨਮੈਂਟ ਕੋਈ ਪੋਲਿਸੀਜ਼ ਲੈ ਕੇ ਆਉਂਦੀ ਸੀ, ਜਿਹੜਾ ਇਹ ਕਮਿਸ਼ਨ ਸੀ ਉਹਨਾਂ ਨੂੰ ਐਡਵਾਈਜ਼ ਕਰਦਾ ਸੀ, ਉਹਨਾਂ ਨੂੰ ਸਲਾਹ ਦਿੰਦਾ ਸੀ, ਉਹਨਾਂ ਨੂੰ ਕੀ ਕਰਦਾ ਸੀ, ਮਤਲਬ ਐਜ਼ ਆ ਮਤਲਬ ਗਾਈਡ ਦਾ ਕੰਮ ਕਰਦਾ ਸੀ, ਗਾਈਡੈਂਸ ਦਿੰਦਾ ਸੀ, ਤਾਂ ਜੋ ਜਿਹੜੀ ਵੂਮੈਨਸ ਮਤਲਬ ਕਿ ਉਹਨਾਂ ਦੀ ਸੇਫਟੀ ਵਾਸਤੇ, ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ, ਉਹਨਾਂ ਦੀ ਇੰਪਾਵਰਮੈਂਟ ਵਾਸਤੇ। ਠੀਕ ਹੈ ਜੀ। ਅੱਗੇ ਮੈਂਬਰਸ ਦੀ ਗੱਲ ਕਰਦੇ ਹਾਂ। ਜਿਹੜੇ NCW ਦੇ ਮੈਂਬਰਸ ਨੇ ਉਹਨਾਂ ਨੂੰ ਕੌਣ ਨੋਮੀਨੇਟ ਕਰਦਾ? ਨੋਮੀਨੇਟਡ ਬਾਈ ਦਾ ਸੈਂਟਰਲ ਗੌਰਮੈਂਟ। ਸੈਂਟਰਲ ਗੌਰਮੈਂਟ ਦੁਆਰਾ ਜਿਹੜੇ ਨੋਮੀਨੇਟ ਕੀਤੇ ਜਾਂਦੇ ਨੇ ਮੈਂਬਰ। ਕੌਣ ਹੁੰਦਾ? ਉਹਦੇ 'ਚ ਇੱਕ ਚੇਅਰਪਰਸਨ ਹੁੰਦਾ, ਆ ਮੈਂਬਰ ਸੈਕਟਰੀ ਹੁੰਦਾ, ਉਹ ਤੋਂ ਬਿਨਾਂ 5 ਅਦਰ ਮੈਂਬਰਸ ਹੁੰਦੇ ਨੇ। ਹੁਣ ਇਹ ਮੈਂਬਰਸ ਦਾ ਕੀ ਕੰਮ ਹੈ? ਠੀਕ ਹੈ, ਇਹ ਕੀ ਕਰਦੇ ਨੇ ਵੀ ਹੈਲਪ ਕਰਦੇ ਨੇ ਵੂਮੈਨਸ ਦੀ। ਠੀਕ ਹੈ, ਅਤੇ ਉਹ ਤੋਂ ਬਿਨਾਂ ਜੇ ਕੋਈ ਵੀ ਮਤਲਬ ਲੋੜ ਪੈਂਦੀ ਹੈ ਵੂਮੈਨ ਨੂੰ ਕਿਤੇ, ਠੀਕ ਹੈ, ਮਤਲਬ ਉਹਨਾਂ ਦੀ ਹੈਲਪ ਕਿਸ ਤਰੀਕੇ ਨਾਲ, ਜਿਹੜੀਆਂ ਕੋਈ ਪੋਲਿਸੀਜ਼ ਵਗੈਰਾ ਗੌਰਮੈਂਟ ਬਣਾਉਂਦੀ ਹੈ ਉਹਨਾਂ ਨੂੰ ਮਤਲਬ ਕਿ ਗਾਈਡ ਕਰਦੀਆਂ। ਉਹ ਤੋਂ ਬਿਨਾਂ NCW ਕੀ ਕਰਦਾ? ਉਹ ਸਾਰੀ ਚੀਜ਼ਾਂ ਦੀ ਜਿਹੜੀਆਂ ਔਰਤਾਂ ਕੋਈ ਵੀ ਕੰਮ ਕਰਦੀਆਂ ਨੇ ਉਹਦੀ ਮਤਲਬ ਕਿ ਰਿਪੋਰਟ ਤਿਆਰ ਕਰਕੇ ਜਿਹੜਾ ਸੈਂਟਰਲ ਗੌਰਮੈਂਟ ਨੂੰ ਦਿੱਤੀ ਜਾਂਦੀ ਹੈ NCW ਦੁਆਰਾ। ਕਲੀਅਰ ਹੈ ਜੀ। ਉਮੀਦ ਹੈ ਤੁਹਾਨੂੰ ਜਿੰਨਾ ਕੁ ਪੜ੍ਹਾਇਆ ਸਮਝ ਲੱਗ ਗਿਆ ਹੋਣਾ। ਪੂਰਾ ਤੁਹਾਡਾ ਇਹਦੇ 'ਚ ਜਿਹੜਾ ਆਪਣਾ ਟੌਪਿਕ ਸੀ ਵੂਮੈਨਸ ਵਾਲਾ ਉਹ ਕਵਰ ਹੋ ਗਿਆ। ਕੌਨਸਟੀਟਿਊਸ਼ਨਲ ਪ੍ਰੋਵੀਜ਼ਨਸ ਫਾਰ ਵੂਮੈਨ ਵਾਲਾ ਟੌਪਿਕ ਇੱਥੇ ਕਵਰ ਕਰਤਾ। ਠੀਕ ਹੈ, ਜ਼ਰੂਰ ਜਿਹੜਾ ਇਹ ਵੀਡੀਓ ਨੂੰ 2 ਵਾਰੀ ਜ਼ਰੂਰ ਦੇਖਿਓ। ਬਾਕੀ ਜੇ ਤੁਸੀਂ ਨੋਟ ਕੀਤਾ ਤਾਂ ਆਪਣਾ 2-3 ਵਾਰੀ ਜ਼ਰੂਰ ਪੜ੍ਹਿਓ। ਅਤੇ ਇਹ ਨਹੀਂ ਹੈਗਾ ਵੀ ਅੱਜ ਪੜ੍ਹਾਤਾ ਕੱਲ੍ਹ ਨੂੰ ਅਗਲਾ ਟੌਪਿਕ ਸ਼ੁਰੂ ਹੋ ਗਿਆ ਪਿਛਲਾ ਭੁੱਲ ਜਾਓ। ਪਿਛਲੇ ਟੌਪਿਕ 'ਤੇ ਵੀ ਨਿਗਾਹ ਮਾਰ ਲਿਆ ਕਰੋ ਥੋੜ੍ਹੀ ਜਿਹੀ ਨਾ, ਫਿਰ ਤੁਹਾਨੂੰ ਮਤਲਬ ਪੇਪਰ ਦੇ ਟਾਈਮ ਜਦੋਂ ਰਿਵੀਜ਼ਨ ਕਰੋਗੇ ਥੋੜ੍ਹਾ ਈਜ਼ੀ ਹੋ ਜਾਊਗਾ। ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜਿਹੜੀ ਵੀ ਨਵੀਂ ਵੀਡੀਓ ਲੈ ਕੇ ਆਈਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਆਈ ਥਿੰਕ 35-36 ਮਿੰਟ ਦੀ ਵੀਡੀਓ, ਮੈਨੂੰ ਲੱਗਦਾ 40 ਮਿੰਟ ਦੀ ਵੀਡੀਓ ਹੀ ਬਣ ਗਈ ਅੱਜ ਤਾਂ, ਹੈ ਨਾ। ਚਲੋ ਕੋਈ ਗੱਲ ਨਹੀਂ। ਅਤੇ ਆਪਣਾ ਤੁਸੀਂ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ, ਸਕਿੱਪ ਨਾ ਕਰਿਓ ਵਿੱਚੋਂ। ਲਾਈਕ ਜ਼ਰੂਰ ਕਰ ਦਿਓ, ਕਮੈਂਟ ਕਰਕੇ ਦੱਸਿਆ ਕਰੋ ਵੀ ਜਿਹੜਾ ਪੜ੍ਹਾਇਆ ਸਮਝ ਆ ਗਿਆ। ਠੀਕ ਹੈ, ਅਤੇ ਉਹ ਤੋਂ ਬਾਅਦ ਜਿਵੇਂ ਆਰਟੀਕਲ ਇਹ ਆਪਾਂ ਨੇ ਪੜ੍ਹੇ ਨੇ, ਅਗਰ ਤੁਹਾਨੂੰ ਪਹਿਲਾਂ ਤੋਂ ਇਹਨਾਂ ਆਰਟੀਕਲਸ ਬਾਰੇ ਪਤਾ ਹੈ
ਤਾਂ ਆਪਣਾ ਵੀਡੀਓ ਨੂੰ ਵਿੱਚ ਰੋਕ ਕੇ ਖੁਦ ਸੋਚੋ ਵੀ ਆਰਟੀਕਲ 'ਚ ਕੀ ਹੋ ਸਕਦਾ ਜੇ ਤੁਸੀਂ ਪਹਿਲਾਂ ਤੋਂ ਪੜ੍ਹਿਆ ਹੋਇਆ। ਠੀਕ ਹੈ, ਅਦਰਵਾਈਜ਼ ਆਪਾਂ ਇੱਥੇ ਨੋਟ ਕਰਵਾਈ ਦਿੱਤੇ, ਤੁਸੀਂ ਆਪਣੀ ਨੋਟਬੁੱਕ 'ਤੇ ਵੀ ਨੋਟ ਕਰ ਸਕਦੇ ਹੋ। ਮੈਂ ਦੁਬਾਰਾ ਤੋਂ ਫਿਰ ਇਹੀ ਗੱਲ ਦੁਹਰਾਉਂਦੀ ਹਾਂ ਕਿ ਯੂਨਿਟ 4 ਇਜ਼ ਵੈਰੀ ਵੈਰੀ ਇੰਪੋਰਟੈਂਟ। ਠੀਕ ਹੈ, ਤਾਂ ਆਪਣੇ ਚੈਨਲ ਨਾਲ ਜੁੜੇ ਰਹੋ। ਕੋਈ ਵੀ ਤੁਹਾਨੂੰ ਇੱਥੇ ਇਹ ਨਹੀਂ ਮਿਲੂਗਾ ਵੀ ਮੈਂ ਯੂਨਿਟ 4 ਸਟਾਰਟ ਕਰਤੀ ਕਿ ਫਸਟ ਟੋਪਿਕ ਮੈਂ ਤੁਹਾਨੂੰ ਕਰਵਾਤਾ ਅਤੇ ਸੈਕਿੰਡ ਮੈਂ ਕਹਿ ਦੇਵਾਂ ਕਿ ਪੇਡ ਬੈਚ। ਕੋਈ ਪੇਡ ਬੈਚ ਨਹੀਂ, ਕੁਛ ਵੀ ਨਹੀਂ ਹੈ। ਠੀਕ ਹੈ, ਜੋ ਕੁਛ ਹੈ ਤੁਹਾਡੇ ਸਾਹਮਣੇ ਇਸ ਚੈਨਲ 'ਤੇ ਆਪਾਂ ਅਪਲੋਡ ਕਰ ਰਹੇ ਹਾਂ। ਕਲੀਅਰ ਹੈ ਜੀ। ਆਪਣੇ ਵੱਲੋਂ ਤਾਂ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ, ਬਾਕੀ ਸਾਨੂੰ ਵੀ ਖੁਸ਼ੀ ਮਿਲੂਗੀ ਜਦੋਂ ਤੁਹਾਡਾ ਪੇਪਰ ਹੋਊਗਾ, ਤੁਸੀਂ ਕਮੈਂਟ ਕਰਕੇ ਦੱਸੋਗੇ ਕਿ ਵੀ ਜਿਵੇਂ ਦਾ ਤੁਸੀਂ ਪੜ੍ਹਾਇਆ ਉਵੇਂ ਦੇ ਸਾਨੂੰ ਟੋਪਿਕ 'ਚੋਂ ਕੁਐਸਚਨ ਆਏ ਨੇ, ਹੈ ਨਾ, ਵੀ ਕਾਫੀ ਸਾਨੂੰ ਫਾਇਦਾ ਹੋਇਆ ਇਸ ਚੈਨਲ ਤੋਂ। ਤਾਂ ਮਤਲਬ ਕਿ ਸਾਨੂੰ ਬਹੁਤ ਖੁਸ਼ੀ ਮਿਲੂ, ਕਿਉਂਕਿ ਦੇਖੋ ਸਾਨੂੰ ਵੀ ਪਤਾ ਵੀ ਇੰਨੀਆਂ ਫੀਸਾਂ ਭਰ ਕੇ ਤੁਸੀਂ ਪੇਪਰ ਦਿੰਦੇ ਹੋ ਅਤੇ ਫਿਰ ਸੈਂਟਰ ਵੀ ਇੰਨੀ ਦੂਰ ਬਣਦੇ ਆ, ਹੈ ਨਾ। ਅਤੇ ਅਗਰ ਤੁਹਾਡੀ ਸਿਲੈਕਸ਼ਨ ਹੁੰਦੀ ਆ ਤਾਂ ਅਸੀਂ ਬਹੁਤ ਖੁਸ਼ ਹੋਵਾਂਗੇ ਜੀ। ਬਾਕੀ ਆਪਣਾ ਤੁਸੀਂ ਮਿਹਨਤ ਕਰਦੇ ਰਹੋ। ਧੰਨਵਾਦ।